ਜਦੋਂ ਜਾਨਵਰ ਦਾ ਡਾਕਟਰ ਹੋਏ ਤਾਂ ਕਿਸ ਤਰ੍ਹਾਂ ਦੀ ਲਾਈਫ ਬੀਤਦੀ ਹੈ। We are so busy and we are so blessed. You got to be satisfied on your own. ਲਾਈਫ ਆਪੇ ਬੈਲੈਂਸ ਕਰਨੀ ਪੈਂਦੀ ਹੈ ਤੁਹਾਨੂੰ। ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਸੀ ਕਿਸ ਤਰ੍ਹਾਂ ਤੁਹਾਡੇ ਹੱਥਾਂ ਵਿੱਚ ਆਈ? ਕਦੇ ਇਲੈਕਸ਼ਨ ਨਹੀਂ ਹੋਇਆ ਅੱਜ ਤੱਕ, ਹਮੇਸ਼ਾ ਸਿਲੈਕਸ਼ਨ ਹੀ ਹੁੰਦੀ ਰਹੀ ਹੈ। ਸਾਡੀ ਸਿਲੈਕਸ਼ਨ ਕਮੇਟੀ ਨੇ ਸਲਾਹਿਆ ਸਾਨੂੰ ਤੇ ਆਈ ਟ੍ਰਾਈ ਟੂ ਡੂ ਮਾਈ ਬੈਸਟ। 90% ਗੁਰਦੁਆਰਾ ਸਾਹਿਬਾਨਾਂ ਦੀ ਜੇਕਰ ਗੱਲ ਕਰਾਂ ਤਾਂ ਉੱਥੇ ਸਿਆਸਤ ਜਿਹੜੀ ਹੈ ਸਿਰ ਚੜ੍ਹ ਕੇ ਬੋਲ ਰਹੀ ਹੈ। ਬੜੀ ਹੀ ਮੰਦਭਾਗੀ ਗੱਲ ਹੈ ਜੀ, ਈਗੋ ਹੀ ਸਾਡੀ ਖਤਮ ਨਹੀਂ ਹੋ ਰਹੀ। ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਕਿਰਪਾਨਾਂ ਕੱਢਦੇ ਆ। ਜਿਹੜਾ ਇੱਕ ਵਾਰ ਬਹਿ ਜਾਂਦਾ ਕੁਰਸੀ ਲੈ ਕੇ ਤੇ ਉਹ ਕਹਿੰਦਾ ਮੈਂ ਛੱਡਣੀ ਨਹੀਂ। ਦੈਟਸ ਵੇਅਰ ਦਾ ਪ੍ਰੋਬਲਮ ਕਮਸ। ਬੱਚੇ ਸਾਡੇ ਗੁਰਦੁਆਰੇ ਜਾਣ ਤੋਂ ਦੂਰ ਹੁੰਦੇ ਜਾਂਦੇ ਆ। ਅਸੀਂ ਚਾਂਸ ਨਹੀਂ ਦਿੰਦੇ ਉਹਨਾਂ ਨੂੰ ਜਿੰਨਾ ਦੇਣਾ ਚਾਹੀਦਾ। ਜਿਹੜੀ ਕੁਰਸੀ ਦੀ ਭੁੱਖ ਹੈ ਕਿ ਵਾਕਈ ਹੋਣੀ ਚਾਹੀਦੀ ਹੈ ਗੁਰਦੁਆਰੇ ਸਾਹਿਬਾਨਾਂ ਵਿੱਚ? ਕਹਿਣ ਨੂੰ ਤਾਂ ਅਸੀਂ ਬੜੇ ਖਾਲਸੇ ਹਾਂ ਜੀ, ਪਰ ਜਦੋਂ ਪ੍ਰੈਕਟੀਕਲੀ ਸਾਡੇ ਤੇ ਆਂਦੀ ਹੈ ਨਾ ਗੱਲ ਉਹਨੂੰ ਕਮਾਉਣ ਦੀ, ਅਸੀਂ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈਗੇ। ਇੱਕ ਦੂਜੇ ਦੇ ਟੰਗਾ ਖਿੱਚਣ ਦੀ ਸਾਡੀ ਆਦਤ ਬਣੀ ਹੋਈ ਹੈ। ਆਪਣਾ ਚੰਗਾ ਨਹੀਂ ਸੀ ਮੰਨਦੇ ਵੀ ਸਾਡਾ ਚੰਗਾ ਹੋ ਜੇ, ਪਰ ਦੂਜੇ ਨੂੰ ਥੱਲੇ ਕਰਨ ਲਈ ਅਸੀਂ ਜ਼ਿਆਦਾ ਜ਼ੋਰ ਲਾਉਂਦੇ ਹਾਂ। ਸਾਡੀ ਥੋੜੀ ਜਿਹੀ ਬਦਕਿਸਮਤੀ ਹੈ ਸੋਸਾਇਟੀ ਦੀ। ਆਈ ਥਿੰਕ ਇਟ ਵਿਲ ਚੇਂਜ ਇਨ ਦਾ ਫਿਊਚਰ ਬਟ ਇਟਸ ਗੋਇੰਗ ਟੂ ਟੇਕ ਸਮ ਟਾਈਮ। सत श्री अकाल, नमस्कार, आदाब। मैं हाँ भलिंदर सिंह विरमानी और जिस तरह मेरी हमेशा कोशिश होती है कि सिख हाई फ्लायर के रूप में एक हर नवे शख्स को तुहाडे रूबरू किया जाए हर हफ्ते। सो अज मैं पहुंचा हुआ विस्कॉन्सन के बड़े ही सोहने शहर में ब्रुकफील्ड और अज मेरा साथ दे रहे हैं डॉक्टर गुरचरण सिंह गरेवाल साहब। गरेवाल साहब बहुत बहुत स्वागत है और बहुत बहुत धन्यवाद सानू अपना कीमती समा देने लई। थैंक यू जी भलिंदर सिंह जी, वेलकम। तुसीं साडे घर आए, वी वेलकम यू। ਤੇ ਅਸੀਂ ਤੁਹਾਡੇ ਚੈਨਲ ਦੀ ਥੋੜੀ ਇੰਟਰੋਡਕਸ਼ਨ ਹੁਣ ਦੇਖਦੇ ਰਹੇ ਹਾਂ ਤੇ ਯੂ ਆਰ ਡੂਇੰਗ ਗੁੱਡ ਜੌਬ। ਥੈਂਕ ਯੂ, ਕੰਟੀਨਿਊ ਦੈਟ ਐਂਡ ਵੀ ਵਿਲ ਟਰਾਈ ਟੂ ਸਪੋਰਟ ਯੂ ਐਜ਼ ਮੱਚ ਐਜ਼ ਵੀ ਕੈਨ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ ਗਰੇਵਾਲ ਸਾਹਿਬ, ਸਾਨੂੰ ਆਪਣੀ ਸਪੋਰਟ ਦੇਣ ਦੇ ਲਈ, ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ। ਸੋ ਅੱਜ ਸਾਡੇ ਨਾਲ ਗਰੇਵਾਲ ਸਾਹਿਬ ਕਿਉਂ ਨੇ? ਕਿਉਂਕਿ ਇਹਨਾਂ ਦੇ ਅਗਰ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਵੈਟਰਨੇਰੀਅਨ ਨੇ, ਬਹੁਤ ਸਾਲਾਂ ਦਾ ਤਜਰਬਾ ਇਹਨਾਂ ਦਾ ਐਜ਼ ਅ ਡਾਕਟਰ। ਇਸ ਤੋਂ ਇਲਾਵਾ ਬਰੁਕਫੀਲਡ ਵਿੱਚ ਬੜਾ ਹੀ ਇੱਕ ਸੋਹਣਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਕਈ ਸਾਲ ਪ੍ਰਧਾਨਗੀ ਦੇ ਅਹੁਦੇ ਤੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ। ਸੋ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਧਰਮ ਨੂੰ ਵੀ ਅੱਗੇ ਵਧਾਉਣ ਵਿੱਚ ਇਹਨਾਂ ਦਾ ਇੱਕ ਮਹੱਤਵਪੂਰਨ ਰੋਲ ਰਿਹਾ, ਕਿਉਂਕਿ ਧਾਰਮਿਕ ਥਾਵਾਂ ਦੀ ਜਦੋਂ ਸੇਵਾ ਸੰਭਾਲ ਲੋਕਾਂ ਦੇ ਹੱਥਾਂ ਵਿੱਚ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਯੰਗਸਟਰਸ ਨੇ ਬਹੁਤ ਕੁਝ ਸਿੱਖਦੇ ਨੇ। ਸੋ ਗਰੇਵਾਲ ਸਾਹਿਬ, ਜ਼ਰੂਰ ਮੈਂ ਆਪਣੀ ਇੰਟਰਵਿਊ ਦੀ ਸ਼ੁਰੂਆਤ ਕਰਾਂਗਾ, ਪਰ ਸਭ ਤੋਂ ਪਹਿਲਾਂ ਜਾਣਨਾ ਚਾਹਾਂਗਾ ਬਤੌਰ ਡਾਕਟਰ ਕੈਸੀ ਲਾਈਫ ਬੀਤ ਰਹੀ ਹੈ? ਕਿਉਂਕਿ ਡਾਕਟਰਸ ਦੀ ਜਦੋਂ ਅਸੀਂ ਲਾਈਫ ਦੀ ਗੱਲ ਕਰਦੇ ਹਾਂ ਤਾਂ ਬੜੀ ਹੈਕਟਿਕ ਲਾਈਫ ਹੁੰਦੀ ਹੈ, ਔਰ ਜਦੋਂ ਜਾਨਵਰ ਦਾ ਡਾਕਟਰ ਹੋਏ ਤਾਂ ਕਿਸ ਤਰ੍ਹਾਂ ਦੀ ਲਾਈਫ ਬੀਤਦੀ ਹੈ? ਬਿਲਕੁਲ ਜੀ, ਇਹ ਭਲਿੰਦਰ ਸਿੰਘ ਜੀ ਗੱਲ ਇਸ ਤਰ੍ਹਾਂ ਹੈ ਕਿ ਕੋਈ ਵੀ ਤੁਸੀਂ ਕੰਮ ਕਰਦੇ ਹੋ ਜ਼ਿੰਦਗੀ ਦੇ ਵਿੱਚ ਤੁਹਾਨੂੰ ਬੈਲੈਂਸ ਆਪ ਰੱਖਣਾ ਪੈਂਦਾ। ਬਿਲਕੁਲ, ਕੋਈ ਵੀ ਕੰਮ ਕਰਦੇ ਹੋ। ਤੇ ਐਜ਼ ਅ ਪ੍ਰੋਫੈਸ਼ਨਲ ਜਦੋਂ ਮੈਂ ਇੰਡੀਆ ਤੋਂ ਆਇਆ, ਪਹਿਲਾਂ ਸ਼ੁਰੂ ਇੱਥੇ ਆ ਕੇ ਪੜ੍ਹਾਈ ਕਰਨੀ ਪਈ, ਸਾਰਾ ਕੁਝ ਕਰਨਾ ਪਿਆ। ਵੀ ਗਾਟ ਟੂ ਦਾ ਪੁਆਇੰਟ ਵੀ ਵੀ ਆਰ ਸੋ ਬਿਜ਼ੀ ਐਂਡ ਵੀ ਆਰ ਸੋ ਬਲੈਸਡ ਤੇ ਇੰਨੇ ਸੋਹਣੀ ਸਾਡੀ ਪ੍ਰੈਕਟਿਸ ਚੱਲ ਰਹੀ ਆ। ਤੇ ਮੈਂ ਆਪ ਵੈਟਰਨਰੀ ਡਾਕਟਰ ਹਾਂ, ਮੇਰੀ ਮਿਸਿਸ ਵੈਟਰਨਰੀ ਡਾਕਟਰ ਆ, ਮੇਰਾ ਸਨ ਹੀ ਇਜ਼ ਅ ਵੈਟਰਨਰੀ ਸਰਜਨ ਜੀ, ਤੇ ਮੇਰੀ ਬੇਟੀ ਹੈ ਜਿਹੜੀ ਉਹ ਨਿਊਰੋਲੋਜਿਸਟ ਇਨ ਹਿਊਮਨ ਮੈਡੀਸਨ। ਕੀ ਬਾਤ ਹੈ, ਸਾਰੀ ਫੈਮਿਲੀ ਦੇ ਡਾਕਟਰਸ। ਬਿਲਕੁਲ ਜੀ, ਤੇ ਰੱਬ ਦੀ ਬੜੀ ਮਿਹਰ ਰਹੀ ਆ ਜੀ, ਬੜੀ ਕਿਰਪਾ ਰਹੀ ਹੈ। ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਸਾਡਾ ਪਿੰਡ ਹੈ ਫੱਲੇਵਾਲ ਜੀ, ਤੇ ਇੱਕ ਛੋਟੇ ਜਿਹੇ ਕਿਸਾਨ ਦਾ ਜਿਹੜਾ ਐਵਰੇਜ ਕਿਸਾਨ ਸੀ ਉਹਦਾ ਮੈਂ ਬੇਟਾ ਜੀ। ਤੇ ਰੱਬ ਦੀ ਇੰਨੀ ਮਿਹਰ ਰਹੀ ਤੇ ਬੜੀ ਕਿਰਪਾ ਹੋਈ ਤੇ ਆਪਦਾ ਓਨੈਸਟਲੀ ਕੰਮ ਕੀਤਾ ਸਾਰਾ। ਤੇ ਆਈ ਟਰਾਈ ਟੂ ਗਿਵ ਮਾਈ 100%। ਜਿਹੜਾ ਵੀ ਕੋਈ ਕੰਮ ਕਰਦਾ ਤੇ ਆਈ ਟਰਾਈ ਟੂ ਡੂ ਮਾਈ ਬੈਸਟ ਤੇ ਬੜੀ ਕਾਮਯਾਬੀ ਮਿਲੀ ਹੈ ਜੀ ਤੇ ਆਮ ਹੈਪੀ। ਬਿਲਕੁਲ ਗਰੇਵਾਲ ਸਾਹਿਬ, ਡਾਕਟਰ ਸਾਹਿਬ ਤੁਸੀਂ ਜਿਵੇਂ ਕਿਹਾ ਕਿ ਇੱਕ ਛੋਟੇ ਜਿਹੇ ਕਿਸਾਨ ਦੇ ਬੇਟੇ ਨੇ ਮੱਲਾ ਮਾਰ ਕੇ ਅਮਰੀਕਾ ਦੀ ਧਰਤੀ 'ਤੇ ਆਪਣਾ ਇੱਕ ਬਹੁਤ ਚੰਗਾ ਹੁਣ ਘਰ-ਬਾਰ ਵਸਾਇਆ ਹੋਇਆ, ਆਪਣੇ ਬੱਚਿਆਂ ਨੂੰ ਸੈਟਲ ਕੀਤਾ ਹੋਇਆ। ਐਸੀ ਕੀ ਨੌਬਤ ਆਈ, ਐਸਾ ਕੀ ਭਾਣਾ ਵਰਤਿਆ ਜੋ ਤੁਸੀਂ ਸੋਚਿਆ ਕਿ ਨਹੀਂ ਹੁਣ ਮੈਨੂੰ ਪੰਜਾਬ ਦੀ ਧਰਤੀ ਛੱਡ ਦੇਣੀ ਚਾਹੀਦੀ ਹੈ, ਅਮਰੀਕਾ ਵੱਲ ਕੁਝ ਕਰਨਾ ਚਾਹੀਦਾ? ਹਾਂਜੀ ਭਲਿੰਦਰ ਸਿੰਘ ਜੀ, ਗੱਲ ਇਸ ਤਰ੍ਹਾਂ ਹੈ, ਮੈਂ ਅਮਰੀਕਾ ਜਦੋਂ ਆਇਆ ਨਾ 35 ਸਾਲ ਪਹਿਲਾਂ ਆਇਆ ਜੀ, 1987 ਜੀ। ਤੇ ਉਸ ਮੌਕੇ ਨਾਲ ਹੁਣ ਜੇ ਤੁਸੀਂ ਹੁਣ ਦਾ ਮੌਕਾ ਕੰਪੇਅਰ ਕਰੋ, ਨਾ ਸਾਡੇ ਕੋਲ ਕੋਈ ਇੰਟਰਨੈਟ ਸੀ, ਨਾ ਸਾਡੇ ਕੋਲ ਟੀਵੀ ਚੈਨਲਾਂ ਸੀ ਜ਼ਿਆਦਾ ਕੋਈ ਜੀ। ਅੱਧਾ ਘੰਟਾ ਟੀਵੀ ਚੈਨਲ ਤੇ ਕੋਈ ਨਿਊਜ਼ ਆਉਂਦੀਆਂ ਹੁੰਦੀਆਂ ਸੀ ਤੇ ਵੀ ਹੈਡ ਲਿਮਟਿਡ ਐਕਸਪੋਜ਼ਰ ਫॉर ਅਮਰੀਕਾ ਜਾਂ ਕੈਨੇਡਾ ਵਗੈਰਾ ਦਾ ਹਨਾ। ਤੇ ਮੈਂ ਫੈਮਿਲੀ ਵੀਜ਼ੇ ਬੇਸਿਸ ਤੇ ਇੱਥੇ ਆਇਆ ਸੀਗਾ ਜੀ। ਤੇ ਜਿਵੇਂ ਕਹਿੰਦੇ ਅਮਰੀਕਾ ਇਜ਼ ਲੈਂਡ ਆਫ ਓਪਰਚੁਨਿਟੀ, ਲੈਂਡ ਆਫ ਦਾ ਫ੍ਰੀ, ਲੈਂਡ ਆਫ ਦਾ ਬਰੇਵ। ਤੇ ਹਰ ਇੱਕ ਬੰਦਾ ਕਿਸੇ ਵੀ ਦੁਨੀਆ ਦੇ ਕੋਨੇ ਤੋਂ ਦੇਖੋ ਇੱਥੇ ਆਉਣਾ ਚਾਹੁੰਦਾ ਤੇ ਮਿਹਨਤ ਕਰਦੇ ਆ, ਸਾਰੇ ਕਾਮਯਾਬ ਹੁੰਦੇ ਆ। ਤੇ ਆਈ ਥਿੰਕ
ਜਿਹਨੂੰ ਵੀ ਕੋਈ ਓਪਰਚੁਨਿਟੀ ਮਿਲਦੀ ਆ ਆਪਦਾ ਪੜ੍ਹ ਲਿਖ ਕੇ ਆਓ, ਕੋਈ ਚੰਗਾ ਕੰਮ ਸਿੱਖ ਕੇ ਆਓ, ਕੋਈ ਟ੍ਰੇਡ ਲੈ ਕੇ ਨਾਲ ਆਓ, ਤੇ ਬੜੀਆਂ ਓਪਰਚੁਨਿਟੀਜ਼ ਹੈ ਜੀ ਇੱਥੇ। ਬਿਲਕੁਲ ਤੁਸੀਂ ਠੀਕ ਹੈ, ਕਿਉਂਕਿ ਅਗਰ ਅੱਜ ਦੀ ਐਗਜ਼ਾਮਪਲ ਲਵਾਂ ਮੈਂ, ਜਦੋਂ ਮੈਂ ਤੁਹਾਨੂੰ ਮਿਲਣ ਆ ਰਿਹਾ ਸੀ ਤੁਸੀਂ ਮੈਨੂੰ ਆਪਣਾ ਐਡਰੈਸ ਟੈਕਸਟ ਕੀਤਾ, ਉਸ ਤੋਂ ਬਾਅਦ ਮੈਂ ਉਸਨੂੰ ਗੂਗਲ ਮੈਪਸ ਵਿੱਚ ਪਾਇਆ, ਮੈਨੂੰ ਰਸਤਾ ਪਤਾ ਚੱਲਿਆ, ਹਰ ਇੱਕ ਗਲੀ ਹਰ ਇੱਕ ਮੋੜ ਮੈਨੂੰ ਗੂਗਲ ਮੈਪਸ ਦੱਸਦਾ ਰਿਹਾ, ਮੈਨੂੰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਪਈ ਔਰ ਬੜੇ ਆਸਾਨੀ ਤਰੀਕੇ ਨਾਲ ਤੁਹਾਡੇ ਘਰ ਤੱਕ ਪਹੁੰਚ ਗਿਆ। ਲੇਕਿਨ 35 ਸਾਲ ਪਹਿਲਾਂ ਦੀ ਗੱਲ ਕਰੀਏ, ਅੱਜ ਤੋਂ 15 ਸਾਲ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਗੂਗਲ ਮੈਪਸ ਕਿਤੇ ਵੀ ਨਹੀਂ ਸੀ। ਬਿਲਕੁਲ ਜੀ। ਨੈਚੁਰਲੀ ਗੱਲ ਹੈ ਕਿ 35 ਸਾਲ ਪਹਿਲਾਂ ਜਦੋਂ ਤੁਸੀਂ ਕਿਸੇ ਦੇ ਘਰ ਜਾਣਾ ਸੀ ਜਾਂ ਕਿਸੇ ਦੇ ਦਫ਼ਤਰ ਜਾਣਾ ਸੀ ਜਾਂ ਕਿਸੇ ਨੂੰ ਜੌਬ ਦੇਣੀ ਸੀ, ਵਾਟਐਵਰ, ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਘਰੋਂ ਜਦੋਂ ਬਾਹਰ ਨਿਕਲਦੇ ਸੀ, ਕਿਸ ਤਰ੍ਹਾਂ ਲਾਈਫ ਹੁੰਦੀ ਸੀ, ਕਿਸ ਤਰ੍ਹਾਂ ਲਾਈਫ ਚੱਲਦੀ ਸੀ। ਕਿਉਂਕਿ ਅਮਰੀਕਾ ਵਿੱਚ, ਇੰਡੀਆ ਵਿੱਚ ਤਾਂ ਠੀਕ ਹੈ, ਲੋਕੀ ਪੁੱਛ ਜਾ ਕੇ ਪਹੁੰਚ ਜਾਂਦੇ ਨੇ, ਹਰ ਗਲੀ ਤੇ ਕਿਸੇ ਨਾ ਕਿਸੇ ਦੁਕਾਨ ਤੋਂ ਪੁੱਛ ਲਿਆ ਰਸਤਾ, ਲੇਕਿਨ 35 ਸਾਲ ਪਹਿਲਾਂ ਦੇ ਹਾਲਾਤ ਕੀ ਸੀ, ਕਿਸ ਤਰ੍ਹਾਂ ਆਪਣੀ ਲਾਈਫ ਨੂੰ ਤੁਸੀਂ ਬੈਲੈਂਸ ਕੀਤਾ? ਬਿਲਕੁਲ ਜੀ, ਤੁਹਾਨੂੰ ਸਾਰੇ ਮੈਪ ਵਗੈਰਾ ਮਿਲ ਜਾਂਦੇ ਸੀ ਜੀ, ਤੁਸੀਂ ਘਰ ਬੈਠ ਕੇ ਪਹਿਲਾਂ ਦੇਖਦੇ ਹੋ ਜੇ ਲੌਂਗ ਡਿਸਟੈਂਸ ਤੇ ਜਾਣਾ, ਜੋ ਡਰਾ ਦਾ ਮੈਪ ਤੇ ਉੱਥੇ ਡਰਾ ਕਰਦੇ ਜਾਂਦੇ ਹੋ, ਯੂ ਫਾਲੋ ਦੈਟ। ਤੇ ਜਿਵੇਂ ਕਹਿੰਦੇ ਵੀ ਹੈਂਡ ਰਿਟਨ ਮੈਪਸ। ਬਿਲਕੁਲ ਜੀ, ਲੋਨ ਕਾਰਡ ਦੀ ਮਾਂ ਹੁੰਦੀ ਹੈ ਤੇ ਬੰਦਾ ਆਪੇ ਸਾਰੇ ਕੰਮ ਕਰ ਲੈਂਦਾ ਜਦੋਂ ਲੋੜ ਪੈਂਦੀ ਹੈ। ਬਿਲਕੁਲ ਬਿਲਕੁਲ। ਪਰ ਮੈਂ ਦੇਖਦਾ ਵੀ ਉਦੋਂ ਲਾਈਫ ਹੁਣ ਨਾਲੋਂ ਥੋੜੀ ਜੀ ਸੌਖੀ ਵੀ ਸੀ। ਹੁਣ ਜਿੰਨੀ ਟੈਕਨੋਲੋਜੀ ਆਈ ਇਹਦੇ ਫਾਇਦੇ ਵੀ ਬੜੇ ਨੇ, ਤੇ ਕਈ ਵਾਰ ਤੁਹਾਨੂੰ ਜ਼ਿਆਦਾ ਬਿਜ਼ੀ ਵੀ ਕਰ ਦਿੰਦੇ ਆ, ਬੇਲੋੜਾ ਤੁਸੀਂ ਆਪਦਾ ਟਾਈਮ ਵੀ ਸਪੈਂਡ ਕਰੀ ਜਾਂਦੇ ਹੋ, ਤੇ ਬਿਲਕੁਲ ਵਿਚ ਯੂ ਡੋਂਟ ਨੀਡ। ਅੱਜ ਕੱਲ੍ਹ ਸਾਡੇ ਬੱਚੇ ਹਰ ਕਿਸੇ ਦੇ ਹੱਥ 'ਚ ਮੋਬਾਈਲ ਹੈ ਔਰ ਮੋਬਾਈਲ ਫੋਨਸ ਵਿੱਚ ਨਾਲ ਹੀ ਲੱਗੇ ਹੋਏ ਨੇ। ਬਿਲਕੁਲ ਤੁਸੀਂ ਠੀਕ ਹੈ, ਕਿਉਂਕਿ ਹਰ ਟੈਕਨੋਲੋਜੀ ਦਾ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਹੁੰਦਾ। ਪਰ ਲਾਈਫ ਸੌਖੀ ਸੀ, ਔਖੀ ਸੀ ਜਦੋਂ ਤੁਸੀਂ ਲੁਧਿਆਣਾ ਇੱਕ ਪਿੰਡ ਨੂੰ ਛੱਡ ਕੇ ਅਮਰੀਕਾ ਦੀ ਧਰਤੀ ਨੂੰ ਚੂਜ਼ ਕੀਤਾ? ਹਾਂਜੀ, ਦੇਖੋ ਜੀ, ਲਾਈਫ ਤਾਂ ਤੁਹਾਨੂੰ ਆਪ ਬਣਾਉਣੀ ਪੈਂਦੀ ਆ, ਤੁਹਾਨੂੰ ਆਪ ਸੈਟਿਸਫਾਈ ਹੋਣਾ ਪੈਂਦਾ ਜੀ। ਲਾਈਫ ਦੇ ਹਰ ਇੱਕ ਪੜਾਅ ਦਾ, ਜਿਵੇਂ ਆਪਾਂ ਸ਼ੋਅ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਨਾ, ਹਰ ਇੱਕ ਪੜਾਅ ਦਾ ਆਪੋ ਆਪਣਾ ਮਹੱਤਵ ਹੁੰਦਾ ਹੈ ਜੀ। ਜੇ ਉਦੋਂ ਸਾਡੇ ਕੋਲ ਪੈਸਾ ਥੋੜਾ ਘੱਟ ਸੀ, ਮਿਹਨਤ ਜ਼ਿਆਦਾ ਕਰਦੇ ਸੀ, ਆਈ ਹੈਵ ਨੋ ਰਿਗਰੈਟਸ, ਤੇ ਬੜੇ ਸੈਟਿਸਫਾਈਸ ਵੀ, ਉਦੋਂ ਵੀ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ ਜਿੰਨੀਆਂ ਬੇਸਿਕ ਲੋੜਾਂ ਹੁੰਦੀਆਂ। ਲੋੜਾਂ ਤਾਂ ਤੁਸੀਂ ਆਪਣੀਆਂ ਜਿੰਨੀਆਂ ਮਰਜ਼ੀ ਵਧਾ ਲਓ, ਇਹਦਾ ਕੋਈ ਐਂਡ ਨਹੀਂ ਹੈ। ਵੱਡੇ ਤੋਂ ਵੱਡੇ ਇੱਥੇ ਲੋਕ ਪਏ ਨੇ, ਬਿਲ ਗੇਟਸ ਵਰਗੇ, ਜਿਹੜੇ ਉਹਨਾਂ ਨੂੰ ਵੀ ਪੁੱਛ ਕੇ ਦੇਖੋ, ਉਹ ਕਹਿੰਦੇ ਪੈਸਾ ਜਿਹੜਾ ਹਰ ਇੱਕ ਚੀਜ਼ ਨਹੀਂ ਖਰੀਦ ਸਕਦਾ, ਹੈਪੀਨੈਸ ਨਹੀਂ ਖਰੀਦ ਸਕਦਾ। ਤੇ ਇਸ ਕਰਕੇ ਤੁਹਾਨੂੰ ਆਪਣੀ ਲਾਈਨ ਆਪੇ ਡਰਾ ਕਰਨੀ ਪੈਂਦੀ ਆ, ਤੇ ਯੂ ਗਾਟ ਟੂ ਬੀ ਸੈਟਿਸਫਾਈਡ ਔਨ ਯੋਰ ਓਨ, ਤੇ ਲਾਈਫ ਆਪੇ ਬੈਲੈਂਸ ਕਰਨੀ ਪੈਂਦੀ ਆ, ਤੁਹਾਨੂੰ ਕਰਨੀ ਚਾਹੀਦੀ ਵੀ ਹੈ। ਜੇ ਬੈਲੈਂਸ ਨਹੀਂ ਕਰਦੇ, ਇਟ ਵਿਲ ਕ੍ਰੀਏਟ ਪ੍ਰੋਬਲਮ ਵਿਦਨ ਦਾ ਫੈਮਿਲੀ, ਵਿਦਨ ਦਾ ਕਮਿਊਨਿਟੀ, ਤੇ ਤੁਹਾਡੀ ਆਪਣੀ ਸਿਹਤ ਲਈ ਵੀ ਜੀ। ਜੇ ਡਾਕਟਰ ਗਰੇਵਾਲ ਸਾਹਿਬ ਨੂੰ ਡਾਕਟਰ ਦਾ ਅਹੁਦਾ ਨਾ ਮਿਲਦਾ, ਡਾਕਟਰ ਦਾ ਖਿਤਾਬ ਨਾ ਮਿਲਦਾ, ਹਾਂਜੀ, ਤਾਂ ਡਾਕਟਰ ਗਰੇਵਾਲ ਸਾਹਿਬ ਅੱਜ ਕਿੱਥੇ ਹੁੰਦੇ? ਇਹ ਤਾਂ ਜੀ ਹੁਣ ਪਰਮਾਤਮਾ ਨੂੰ ਪਤਾ, ਪਰ ਜਿਹੜਾ ਪਰਮਾਤਮਾ ਨੇ ਮੇਰੇ ਤੇ ਬਖਸ਼ ਕੀਤੀ ਆ ਜੀ, ਤੇ ਆਈ ਐਮ ਸੋ ਹੈਪੀ, ਸੋ ਬਲੈਸ। ਜਿਵੇਂ ਮੈਂ ਪਹਿਲਾਂ ਵੀ ਕਿਹਾ, ਆਈ ਹੈਵ ਨੋ ਰਿਗਰੈਟਸ। ਪਰ ਜੇ ਮੈਂ ਡਾਕਟਰ ਨਾ ਵੀ ਹੁੰਦਾ, ਮੈਨੂੰ ਕੋਈ ਵੀ ਕੰਮ ਕਰਨਾ ਪੈਂਦਾ, ਫਿਰ ਵੀ ਮੈਂ ਇਸੇ ਤਰ੍ਹਾਂ ਹੀ ਕੰਮ ਕਰਨਾ ਸੀ, ਜਿੰਨੀ ਮਿਹਨਤ ਨਾਲ ਹੁਣ ਕੀਤਾ, ਜਿੰਨੀ ਆਨੈਸਟੀ ਨਾਲ ਹੁਣ ਕੀਤਾ। ਤੇ ਜਿਹੜੇ ਸਾਰੇ ਵੀ ਕੰਮ ਦੁਨੀਆ 'ਚ ਬਣੇ ਹੋਏ ਨੇ ਨਾ, ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਅਸੀਂ ਸਾਰੇ ਇੱਕ ਦੂਜੇ ਤੇ ਡਿਪੈਂਡੈਂਟ ਹੈਗੇ ਆ। ਜੇ ਮੈਂ ਕਹਾਂ ਮੈਂ ਡਾਕਟਰ ਹਾਂ, ਕੋਈ ਉਹ ਗੈਸ ਸਟੇਸ਼ਨ ਵਾਲਾ ਜਾਂ ਉਹ ਕੋਈ ਟੈਕਸੀ ਚਲਾਉਂਦਾ, ਮੈਂ ਉਹਦੇ ਨਾਲ ਬੈਟਰ ਹਾਂ ਜਾਂ ਉਹ ਮੇਰੇ ਨਾਲ ਬੈਟਰ ਆ, ਇਟ ਡਜ਼ ਨਾਟ ਮੈਟਰ। ਅਸੀਂ ਸਾਰਿਆਂ ਤੇ ਇੰਨੇ ਡਿਪੈਂਡੈਂਟ ਹੈਗੇ ਆ, ਤੇ ਇੱਕ ਦੂਜੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਜਿਉ ਨਹੀਂ ਸਕਦੇ, ਸਾਡੀ ਜ਼ਿੰਦਗੀ ਨਹੀਂ ਚੱਲ ਸਕਦੀ ਜੀ। ਵੀ ਨੀਡ ਈਚ ਅਦਰ। ਬਿਲਕੁਲ। ਤੇ ਸਾਰਾ ਨੈਟਵਰਕ ਜਿਹੜਾ ਬਣਿਆ ਹੋਇਆ, ਇਹ ਸਾਰੇ ਡਿਫਰੈਂਟ ਟ੍ਰੇਡ ਬਣੇ, ਡਿਫਰੈਂਟ ਕੰਮ ਬਣੇ ਨੇ, ਇਹ ਕਿਸੇ ਨਾ ਕਿਸੇ ਨੇ ਤਾਂ ਕਰਨੇ ਨੇ। ਜੇ ਮੈਨੂੰ ਕੋਈ ਹੋਰ ਕਰਨਾ, ਪਰ ਅਮਰੀਕਾ ਵਿੱਚ ਰਹਿਣ ਦੇ ਲਈ ਡਾਕਟਰ ਗਰੇਵਾਲ ਸਾਹਿਬ ਨੂੰ ਵਾਈਟ ਕਾਲਰ ਜੌਬ ਹੀ ਚਾਹੀਦੀ ਸੀ ਜਾਂ ਕੋਈ ਵੀ ਕੰਮ ਚੱਲ ਜਾਂਦਾ? ਨਹੀਂ, ਪਰ ਮੈਂ ਅਮਰੀਕਾ ਵਿੱਚ ਹੀ ਸੈਟਲ ਹੋਣਾ। ਦੇਖੋ ਜੀ, ਜਦੋਂ ਮੈਂ ਉੱਥੋਂ ਡਿਗਰੀ ਲੈ ਕੇ ਆਇਆ ਸੀਗਾ, ਡਾਕਟਰ ਬਣ ਕੇ ਆਇਆ ਸੀਗਾ ਜੀ, ਇਹ ਤਾਂ ਮੇਰੀ ਤਮੰਨਾ ਪੱਕੀ ਸੀ ਵੀ ਜੇ ਮੈਂ ਬਣਾਂਗਾ ਤਾਂ ਇੱਥੇ ਡਾਕਟਰੀ ਬਣਾਂਗਾ, ਤਾਂ ਹੀ ਕੰਮ ਕਰਾਂਗਾ। ਜੇ ਇੱਥੇ ਡਾਕਟਰ ਨਾ ਬਣਿਆ ਤੇ ਫਿਰ ਮੈਂ ਇਹ ਕੰਮ ਨਹੀਂ ਕਰਾਂਗਾ, ਦੈਨ ਆਈ ਵਿਲ ਗੋ ਬੈਕ ਵਾਪਸ। ਪਰ ਹਾਂਜੀ, ਪਰ ਜੇ ਮੇਰੇ ਕੋਲ ਡਿਗਰੀ ਨਾ ਹੁੰਦੀ, ਮੈਨੂੰ ਆ ਕੇ ਕੋਈ ਹੋਰ ਕੰਮ ਕਰਨਾ ਪੈਂਦਾ, ਮੈਨੂੰ ਉਹਦੇ ਲਈ ਕੋਈ ਖਿਚਖਿਚਾਹਟ ਨਹੀਂ ਹੋਣੀ ਸੀ, ਮੈਨੂੰ ਕੋਈ ਉਹਦੇ ਤਕਲੀਫ ਨਹੀਂ ਹੋਣੀ ਸੀ। ਆਈ ਵਾਸ ਗੋਇੰ ਟੂ ਬੀ ਹੈਪੀ ਟੂ ਡੂ ਵਟਐਵਰ ਆਈ ਹੈਡ ਟੂ ਡੂ। ਬਿਲਕੁਲ ਠੀਕ ਹੈ। ਇਹ ਤਾਂ ਨਹੀਂ ਤੁਹਾਡੇ ਆਪਣੀ ਨਿੱਜੀ ਜ਼ਿੰਦਗੀ ਦੀ ਗੱਲ, ਪਰ ਜੇਕਰ ਹੁਣ ਥੋੜ੍ਹਾ ਜਿਹਾ ਤੁਹਾਡੇ ਧਾਰਮਿਕ ਪਹਿਲੂ ਵੱਲ ਦੇਖੀਏ, ਗੁਰਦੁਆਰਾ ਸਾਹਿਬ ਵਿੱਚ ਕਿੰਨੀ ਤਕਰੀਬਨ 8 ਸਾਲ ਤੁਸੀਂ ਸੇਵਾ ਕੀਤੀ ਹੈ ਐਜ਼ ਏ ਪ੍ਰਧਾਨਗੀ ਅਹੁਦੇ 'ਤੇ। ਹਾਂਜੀ। ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਸੀਗੀ, ਕਿਸ ਤਰ੍ਹਾਂ ਤੁਹਾਡੇ ਹੱਥਾਂ ਵਿੱਚ ਆਈ ਔਰ ਇਹ 8 ਸਾਲ ਕਿਸ ਤਰ੍ਹਾਂ ਬੀਤੇ? ਇਹ ਭਲਿੰਦਰ ਸਿੰਘ ਜੀ, ਗੱਲ ਇਸ ਤਰ੍ਹਾਂ ਵੀ ਸਾਡਾ ਗੁਰਦੁਆਰਾ ਅਸੀਂ ਇੰਨੇ ਲੱਕੀ ਹੈਗੇ ਆ ਵੀ ਸਾਡੇ ਗੁਰਦੁਆਰੇ ਕਦੇ ਇਲੈਕਸ਼ਨ ਨਹੀਂ ਹੋਈ ਜਦੋਂ ਦਾ ਗੁਰਦੁਆਰਾ ਬਣਿਆ ਜੀ। ਜਿੰਨੇ ਵੀ ਮੈਂਬਰ ਬਣਦੇ ਆ, ਚਾਹੇ ਉਹ ਮੁੱਖ ਸੇਵਾਦਾਰ ਆ, ਪ੍ਰਧਾਨ ਆ, ਜਾਂ ਕੋਈ ਵੀ ਹੈਗਾ, ਤੇ ਉਹ ਸਿਲੈਕਸ਼ਨ ਕਮੇਟੀ ਹੈ, ਜਿਹੜੀ ਸਿਲੈਕਸ਼ਨ ਕਮੇਟੀ ਹੀ ਅਪਰੂਵ ਕਰਦੀ ਆ। ਯਾਨੀ ਕਿ ਇਲੈਕਸ਼ਨ ਨਹੀਂ ਹੋਈ ਗੁਰਦੁਆਰੇ ਵਿੱਚ, ਸਿਲੈਕਸ਼ਨ ਹੋਈ ਹੈ। ਬਿਲਕੁਲ ਜੀ, ਕਦੇ ਇਲੈਕਸ਼ਨ ਨਹੀਂ ਹੋਇਆ ਅੱਜ ਤੱਕ, ਹਮੇਸ਼ਾ ਸਿਲੈਕਸ਼ਨ ਹੀ ਹੁੰਦੀ ਰਹੀ ਆ। ਬਿਲਕੁਲ, ਬਹੁਤ ਵਧੀਆ। ਤੇ ਸਿਲੈਕਸ਼ਨ ਕਮੇਟੀ ਨੁਮਾਇੰਦੇ ਦਿੰਦੀ ਆ ਸਾਨੂੰ, ਤੇ ਸੰਗਤ ਉਹਦੀ ਅਪਰੂਵਲ ਕਰਦੀ ਆ। ਤੇ ਮੈਨੂੰ ਵੀ ਇਸ ਤਰ੍ਹਾਂ ਹੀ ਮੌਕਾ ਮਿਲਿਆ, ਪਰ ਚੱਲਦੇ ਚੱਲਦੇ ਮੋਸਟ ਲਾਈਕਲੀ ਹੁੰਦਾ ਸੀ ਵੀ ਟਰਮ 2 ਸਾਲ ਦੀ ਹੁੰਦੀ ਸੀ, ਤੇ ਸਾਨੂੰ ਐਕਸਟੈਂਸ਼ਨ ਮਿਲਦੀ ਰਹੀ ਜੀ। ਬੜੇ ਸੋਹਣੇ ਕੰਮ ਕੀਤੇ ਆ ਤੁਸੀਂ, ਸੰਗਤ ਨੇ
ਸਾਡੀ ਸਿਲੈਕਸ਼ਨ ਕਮੇਟੀ ਨੇ ਸਲਾਹਿਆ ਸਾਨੂੰ ਵੀ ਕੰਟੀਨਿਊਡ, ਤੇ ਅਸੀਂ 6 ਸਾਲ ਮੈਂ ਪੂਰੇ ਮੁੱਖ ਸੇਵਾਦਾਰ ਰਿਹਾ। ਤੇ ਹੁਣ ਵੀ ਮੈਂ ਬਰੁਕਫੀਲਡ ਗੁਰਦੁਆਰੇ ਦਾ ਟਰਸਟੀ ਹਾਂ, ਸਿਲੈਕਸ਼ਨ ਕਮੇਟੀ ਦਾ ਮੈਂਬਰ ਹਾਂ ਜੀ, ਤੇ ਅਮਰੀਕਨ ਸਿੱਖ ਕੌਂਸਲ ਦਾ ਮੈਂ ਬੋਰਡ ਮੈਂਬਰ ਹਾਂ। ਤੇ ਸਾਡੀ ਜਿਹੜੀ ਮਿਡ ਵੈਸਟ ਦੀ ਵੈਟਰਨਰੀ ਐਸੋਸੀਏਸ਼ਨ ਹੈ ਜੀ, ਵੀ ਕਾਲ ਇਟ IAVMA, ਇੰਡੀਅਨ ਅਮਰੀਕਨ ਵੈਟਰਨਰੀ ਮੈਡੀਕਲ ਐਸੋਸੀਏਸ਼ਨ, ਤੇ ਪਿਛਲੇ 2 ਸਾਲ ਤੋਂ ਮੈਂ ਉਹਦਾ ਵੀ ਪ੍ਰੈਜ਼ੀਡੈਂਟ ਹਾਂ। ਤੇ ਆਪਣੇ ਆਪ ਨੂੰ ਮੈਂ ਬਿਜ਼ੀ ਰੱਖਦਾ, ਜਿੰਨੀ ਕਮਿਊਨਿਟੀ ਦੀ ਸਰਵਿਸ ਸੇਵਾ ਮੈਂ ਕਰ ਸਕਦਾ, ਤੇ ਆਈ ਟਰਾਈ ਟੂ ਡੂ ਮਾਈ ਬੈਸਟ। ਵੈਰੀ ਗੁੱਡ, ਬਹੁਤ ਵਧੀਆ ਤਰੀਕੇ ਨਾਲ ਅਸੀਂ ਆਪਣੀ ਇੱਕ ਗੱਲ ਰੱਖੀ ਹੈ। ਪਰ ਅੱਜ ਗੁਰਦੁਆਰਾ ਸਾਹਿਬਾਨਾਂ ਵਿੱਚ ਅਸੀਂ ਬਰੁਕਫੀਲਡ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਚੰਗੀ ਗੱਲ ਹੈ, ਜਿਵੇਂ ਤੁਸੀਂ ਦੱਸਿਆ ਕਿ ਇੱਥੇ ਇਲੈਕਸ਼ਨ ਨਹੀਂ ਹੁੰਦੀ, ਸਿਲੈਕਸ਼ਨ ਹੁੰਦੀ ਹੈ। ਪਰ ਬਾਕੀ ਥਾਵਾਂ 'ਤੇ ਗੁਰਦੁਆਰਾ ਸਾਹਿਬਾਨਾਂ ਵਿੱਚ 90% ਗੁਰਦੁਆਰਾ ਸਾਹਿਬਾਨਾਂ ਦੀ ਜੇਕਰ ਗੱਲ ਕਰਾਂ ਤਾਂ ਉੱਥੇ ਇਲੈਕਸ਼ਨ ਦਾ ਹੀ ਬੋਲਬਾਲਾ ਹੈ, ਸਿਆਸਤ ਜਿਹੜੀ ਹੈ ਸਿਰ ਚੜ੍ਹ ਕੇ ਬੋਲ ਰਹੀ ਹੈ। ਹਾਂਜੀ, ਇਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਇਹ ਬੜੀ ਹੀ ਮੰਦਭਾਗੀ ਗੱਲ ਹੈ ਜੀ ਸਾਡੇ ਸਿੱਖ ਕਮਿਊਨਿਟੀ ਲਈ, ਸਾਡੇ ਧਰਮ ਲਈ, ਕਿਉਂਕਿ ਜਿਹੜੀ ਸਿੱਖੀ ਹੈ ਨਾ, ਇਹ ਪਹਿਲਾਂ ਤਾਂ ਅਸੀਂ ਸਿੱਖਣਾ, ਸਾਡਾ ਡੈਫੀਨੇਸ਼ਨ ਹੀ ਸਿੱਖ ਹੈ, ਸਟੂਡੈਂਟ ਲਰਨਰ ਜੀ, ਤੇ ਜਿਹਨੇ ਅਸੀਂ ਸਾਰੀ ਉਮਰ ਸਿੱਖੀ ਜਾਣਾ ਜੀ। ਠੀਕ ਆ, ਜੇ ਮੈਂ ਆਪਣੇ ਆਪ ਨੂੰ ਵੱਡਾ ਸਮਝਾਂਗਾ ਤੇ ਮੈਂ ਸਾਡੀ ਈਗੋ ਹੀ ਸਾਡੀ ਖਤਮ ਨਹੀਂ ਹੋ ਰਹੀ, ਤੇ ਦੈਟਸ ਵੇਅਰ ਦਾ ਪ੍ਰੋਬਲਮ ਕਮਸ ਫਰੋਮ ਜੀ। ਤੇ ਹੋ ਸਕਦਾ ਕਿਤੇ ਨਾ ਕਿਤੇ ਕੋਈ ਗੋਲਕ ਦੀ ਵੀ, ਪੈਸੇ ਦੀ ਵੀ ਕੋਈ ਗੱਲਬਾਤ ਹੋਵੇ, ਪਰ ਮੋਸਟਲੀ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ ਨਾ, ਜਿੰਨਾ ਮੈਂ ਆਲੇ ਦੁਆਲੇ ਦੇਖਦਾ ਜੀ, ਜਿੱਥੇ ਵੀ ਲੜਾਈਆਂ ਝਗੜੇ ਹੁੰਦੇ ਆ, ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਕਿਰਪਾਨਾਂ ਕੱਢਦੇ ਆ, ਸਿਰਫ ਇਹੀ ਹੁੰਦੀ ਹੈ ਕਿ ਮੈਨੇਜਮੈਂਟ ਦੇ ਵਿੱਚ ਮੈਂ ਪ੍ਰਧਾਨ ਬਣਨਾ ਤੇ ਇਹਨੇ ਸੈਕਟਰੀ ਬਣਨਾ ਜੀ, ਦੂਜਿਆਂ ਨੂੰ ਅਸੀਂ ਲਾਹਣਾ। ਤੇ ਫਿਰ ਇਹਦੇ ਨਾਲ ਹੁੰਦਾ ਕੀ ਆ ਵੀ ਲੌਂਗ ਟਰਮ ਦੇ ਵਿੱਚ ਸਾਨੂੰ ਇੰਨਾ ਨੁਕਸਾਨ ਹੁੰਦਾ, ਉਹਦਾ ਬੱਚੇ ਸਾਡੇ ਗੁਰਦੁਆਰੇ ਜਾਣ ਤੋਂ ਦੂਰ ਹੁੰਦੇ ਜਾਂਦੇ ਆ ਜੀ, ਦੇ ਡੋਂਟ ਵਾਂਟ ਟੂ ਗੋ ਦੇਅਰ। ਉਹ ਕਹਿੰਦੇ ਤੁਸੀਂ ਕਹਿੰਦੇ ਕੁਝ ਹੋਰ ਹੋ, ਪ੍ਰੈਕਟੀਕਲੀ ਕਰਦੇ ਕੁਝ ਹੋਰ ਹੋ। ਤੇ ਦੂਜਾ ਮੈਂ ਦੇਖਿਆ ਵੀ ਸਾਡਾ ਗੁਰਦੁਆਰੇ ਦੇ ਅੰਦਰ 4 ਦੀਵਾਰੀ ਦੇ ਅੰਦਰ ਹੀ ਇੰਨਾ ਜ਼ੋਰ ਲੱਗ ਜਾਂਦਾ, ਜਿਹੜਾ ਸਾਡਾ ਅਸਲੀ ਮਕਸਦ ਹੈ ਜੀ, ਕਮਿਊਨਿਟੀ ਦੀ ਸਰਵਿਸ ਕਰਨੀ, ਸੇਵਾ ਕਰਨੀ, ਆਲੇ ਦੁਆਲੇ ਅਸੀਂ ਲੋਕਾਂ ਨੂੰ ਦੱਸਣਾ ਅਸੀਂ ਕੌਣ ਹਾਂ, ਅਸੀਂ ਉਹ ਤੋਂ ਬੜੇ ਦੂਰ ਚਲੇ ਜਾਂਦੇ ਹਾਂ ਜੀ। ਤੇ ਅਸੀਂ ਆਪਣੇ ਲੜਾਈ ਝਗੜਿਆਂ ਦੇ ਵਿੱਚ ਕੇਸ ਲੜਦੇ, ਕੋਰਟਾਂ ਵਿੱਚ ਜਾਂਦੇ, ਸਾਰਾ ਟਾਈਮ ਵੇਸਟ ਕਰਦੇ ਹਾਂ, ਪੈਸਾ ਵੀ ਵੇਸਟ ਕਰਦੇ ਹਾਂ, ਸੰਗਤ ਦਾ ਪੈਸਾ ਹੁੰਦਾ ਲਾਈ ਜਾਂਦੇ ਹਾਂ, ਖਰਾਬ ਕਰਦੇ ਹਾਂ, ਜਿਹਦੀ ਕੋਈ ਸੈਂਸ ਨਹੀਂ ਬਣਦੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਅਸੀਂ ਇੰਨੇ ਲੱਕੀ ਹਾਂ, ਸਾਡੇ 2 ਗੁਰਦੁਆਰੇ ਹੈਗੇ ਵਿਸਕਾਂਸਨ ਦੇ, ਇੱਥੇ ਮਿਲਵਾਕੀ ਦੇ ਵਿੱਚ ਜੀ, ਗੁਰਦੁਆਰਾ ਬਰੁਕਫੀਲਡ ਤੇ ਓਕ ਕ੍ਰੀਕ ਦੇ ਵਿੱਚ ਜੀ। ਦੋਨੇ ਹੀ ਗੁਰਦੁਆਰਿਆਂ ਵਿੱਚ ਹਲੇ ਤੱਕ ਤਾਂ ਇਸੇ ਤਰ੍ਹਾਂ ਹੀ ਚੱਲਦਾ, ਤੇ ਉਮੀਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੀ। ਪਰ ਅੱਜ ਦੇ ਸਮੇਂ ਵਿੱਚ ਦੇਖਿਆ ਜਾਏ ਤਾਂ ਜੇਕਰ ਪ੍ਰਧਾਨਗੀ ਅਹੁਦੇ ਦੀ ਗੱਲ ਕਰੀਏ ਤਾਂ ਨੌਜਵਾਨ ਵਰਗ ਅੱਗੇ ਕਿਉਂ ਨਹੀਂ ਆ ਪਾ ਰਿਹਾ? ਕਿਉਂਕਿ ਜਦੋਂ ਅਸੀਂ ਨੌਜਵਾਨਾਂ ਨੂੰ ਕਹਿੰਦੇ ਕਿ ਤੁਸੀਂ ਪ੍ਰਧਾਨਗੀ ਅਹੁਦਾ ਸੰਭਾਲੋ, ਗੁਰਦੁਆਰੇ ਦੀ ਸੇਵਾ ਸੰਭਾਲੋ, ਸਕੱਤਰ ਬਣੋ, ਟ੍ਰੈਜਰ ਬਣੋ, ਆ ਕੇ ਗੁਰਦੁਆਰੇ ਦੀ ਕਿਸ ਤਰ੍ਹਾਂ ਦੇਖ ਰੇਖ ਕਰਨੀ ਹੈ, ਤੁਸੀਂ ਆਪਣੇ ਸੁਝਾਅ ਦਿਓ, ਐਜ਼ ਅ ਮੈਂਬਰ ਬਣ ਕੇ ਵੀ ਦੇ ਸਕਦੇ ਹੋ। ਪਰ ਨੌਜਵਾਨਾਂ ਦਾ ਹਮੇਸ਼ਾ ਕਹਿਣਾ ਹੁੰਦਾ ਕਿ ਅਸੀਂ ਵਲੰਟੀਅਰ ਦੇ ਤੌਰ 'ਤੇ ਤਾਂ ਕੰਮ ਕਰ ਲਾਂਗੇ ਅਸੀਂ, ਪਰ ਮੈਨੇਜਮੈਂਟ ਦਾ ਹਿੱਸਾ ਨਹੀਂ ਬਣਨਾ। ਅੱਜ ਕਿਉਂ ਗੁਰਦੁਆਰਾ ਸਾਹਿਬਾਨਾਂ ਤੋਂ ਯੰਗਸਟਰਸ ਦੂਰ ਹੁੰਦੇ ਜਾ ਰਹੇ ਨੇ? ਕਿਉਂਕਿ ਇੱਕ ਸਮਾਂ ਆਏਗਾ ਜਦੋਂ ਬਜ਼ੁਰਗਾਂ ਨੇ ਰਿਟਾਇਰ ਹੋਣਾ ਹੈ, ਘਰ ਬੈਠਣਾ ਹੈ, ਉਦੋਂ ਗੁਰਦੁਆਰਾ ਦੀ ਸੇਵਾ ਸੰਭਾਲ ਕੌਣ ਸੰਭਾਲੇਗਾ? ਕਿਉਂਕਿ ਅੱਜ ਬੜੀ ਮੰਦਭਾਗੀ ਗੱਲ ਹੈਗੀ ਹੈ, ਅਸੀਂ ਦੇਖਣ ਵਿੱਚ ਆਉਂਦੇ ਹਾਂ, ਖਬਰਾਂ ਵਿੱਚ ਵੀ ਸੁਣਦੇ ਹਾਂ ਕਿ ਲਗਾਤਾਰ ਚਰਚ ਜਿਹੜੇ ਨੇ, ਗਿਰਜਾ ਘਰ ਨੇ, ਵਿਕ ਰਹੇ ਨੇ ਕਿਉਂਕਿ ਉਹਨਾਂ ਦੀ ਸੇਵਾ ਸੰਭਾਲ ਨਹੀਂ ਹੋ ਪਾ ਰਹੀ। ਕੀ ਅਜਿਹਾ ਹੀ ਰਿਹਾ ਸਾਡੇ ਨੌਜਵਾਨ ਵਰਗ ਜਿਹੜਾ ਪਿੱਛੇ ਹੁੰਦਾ ਰਿਹਾ ਗੁਰਦੁਆਰਾ ਸਾਹਿਬਾਨਾਂ ਤੋਂ, ਤਾਂ ਅੱਜ ਜਿਹੜੇ ਗੁਰਦੁਆਰਾ ਸਾਹਿਬਾਨ ਬਹੁਤ ਸੋਹਣੇ ਸੁਸ਼ੋਭਿਤ ਨੇ, 30-35 ਸਾਲਾਂ ਬਾਅਦ ਉਹਨਾਂ ਦਾ ਵੀ ਇਹੀ ਹਾਲ ਹੋ ਰਿਹਾ ਹੋਏਗਾ? ਦੇਰ ਗੁੱਡ ਚਾਂਸ ਇਟ ਕੁਡ ਹੈਪਨ ਜੀ। ਤੇ ਉਹਦੇ ਕਾਰਨ ਜਿਵੇਂ ਆਪਾਂ ਇੱਕ ਤਾਂ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਸਾਡੀ ਹਉਮੈ ਹੈ ਨਾ ਜਿਹੜੀ, ਉਹਦੇ ਨਾਲ ਅਸੀਂ ਜਿਹੜਾ ਅਸੀਂ ਕੰਮ ਗੁਰਦੁਆਰੇ ਦੇ ਵਿੱਚ ਕਰਦੇ ਹਾਂ, that is not practical ਜੀ। ਤੇ ਜਿੰਨੇ ਵੀ ਸਾਡੀ ਯੰਗ ਜਨਰੇਸ਼ਨ ਹੈ, they are more practical than we are ਜੀ। ਉਹ ਕਹਿੰਦੇ ਵੀ ਜਿਹੜੀ ਗੱਲ ਅਸੀਂ ਕਹਿੰਦੇ ਆ ਉਹੀ ਅਸੀਂ ਕਰਨੀ ਆ, ਤੇ ਜਦੋਂ ਅਸੀਂ ਲੜਾਈਆਂ ਕਰਦੇ ਆ, ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਕਿਰਪਾਨਾਂ ਕੱਢਦੇ ਆ, ਤੇ ਅਸੀਂ ਉਹਦੇ ਛੱਡਦੇ ਨਹੀਂ। that's where the problem comes from। ਤੇ ਹੁਣ ਮੈਂ ਤੁਹਾਨੂੰ ਬਰੁਕਫੀਲਡ ਗੁਰਦੁਆਰੇ ਦੀ ਐਗਜ਼ਾਮਪਲ ਦੇ ਸਕਦਾ ਕਿ ਸਾਡੇ ਕੋਲ ਯੰਗ ਮੁੰਡੇ ਕੁੜੀਆਂ ਜੀ ਐਜ਼ ਅ ਸੈਕਟਰੀ ਦੇ ਅਨਾਉਂਸਮੈਂਟ ਕਰਦੇ ਆ ਹਮੇਸ਼ਾ ਜੀ। ਇਹਦੀ ਐਗਜ਼ਾਮਪਲ ਸਾਡੇ ਕੋਲ ਬੜੀ ਸੋਹਣੀ ਹੈ ਨਾ। ਅਸੀਂ ਇੱਕ ਵਾਰ ਸਾਡੇ ਬਰੁਕਫੀਲਡ ਗੁਰਦੁਆਰੇ ਦਾ ਕੋਈ ਕੰਮ ਸੀਗਾ ਸਿਟੀ ਹਾਲ ਨਾਲ, ਅਸੀਂ ਉੱਥੇ ਮੀਟਿੰਗ ਤੇ ਗਏ ਜੀ। ਮੇਅਰ ਨੇ ਮੀਟਿੰਗ ਬੁਲਾਈ ਹੋਈ ਸੀ ਤੇ ਵੀ ਵੈਂਟ ਦੇਅਰ। ਉਹਨੇ ਕੀ ਕੀਤਾ ਹੋਇਆ ਸੀ ਕਿ ਮੇਅਰ ਨੇ ਇੱਕ ਹਾਈ ਸਕੂਲ ਦਾ ਸਟੂਡੈਂਟ ਮੁੰਡਾ ਬੁਲਾਇਆ ਹੋਇਆ ਜੀ, ਤੇ ਫॉर ਦਾ ਡੇ ਹੀ ਵਾਜ਼ ਅ ਪ੍ਰੈਜ਼ਾਈਡਿੰਗ ਮੇਅਰ। ਉਹ ਮੇਅਰ ਸੀ ਆਪ ਜਿਹੜਾ ਪਿੱਛੇ ਬੈਠਾ ਸੀਗਾ, ਤੇ ਉਹਨੇ ਉਸ ਸਟੂਡੈਂਟ ਨੂੰ ਮੇਅਰ ਬਣਾਇਆ ਹੋਇਆ ਸੀ ਉਸ ਦਿਨ ਲਈ ਜੀ। ਤੇ ਫਿਰ ਮੈਂ ਸੋਚਿਆ ਕਿ ਮੈਂ ਇਹਨਾਂ ਨੂੰ ਪੁੱਛਿਆ ਵੀ ਆਪਣੇ ਬੰਦਿਆਂ ਨੂੰ ਵੀ ਅਸੀਂ ਕਿਉਂ ਨਹੀਂ ਕਿੱਦਾਂ ਕਰਦੇ। ਕਿੰਨੀ ਸੋਹਣੀ ਸਾਡੇ ਕੋਲ ਗੁੱਡ ਐਗਜ਼ਾਮਪਲ ਹੈ ਬਿਲਕੁਲ। ਸੇ ਵਟ ਵੀ ਡਿਡ ਵਾਸ, ਤੇ ਉਸ ਤੋਂ ਬਾਅਦ ਅਸੀਂ ਚੇਂਜ ਕੀਤਾ ਵੀ ਕਮੇਟੀ ਦੇ ਵਿੱਚ ਅਸੀਂ ਹਮੇਸ਼ਾ 1 ਜਾਂ 2 ਯੰਗਸਟਰ ਲੈਣੇ ਆ ਤੇ ਉਹਨਾਂ ਨੂੰ ਅੱਗੇ ਮੌਕਾ ਦੇਣਾ, ਉਹਨਾਂ ਦੇ ਸੁਝਾਅ ਵੀ ਸੁਣਨੇ ਆ ਜੀ। ਤੇ ਕੈਨ ਯੂ ਬਲੀਵ ਵੀ ਹਲੇ ਤੱਕ ਸਾਡੇ ਕੋਲ ਪਿਛਲੇ 7-8 ਸਾਲ ਤੋਂ ਇਸੇ ਹੀ ਚੱਲਦਾ ਆ ਰਿਹਾ ਹੈ। ਪਹਿਲਾਂ ਇੱਕ ਲੜਕੀ ਹੁੰਦੀ ਸੀ ਛੋਟੀ ਬੇਟੀ, ਉਹਨੇ ਸੇਵਾ ਕੀਤੀ,
ਤੇ ਹੁਣ ਸਾਡੇ ਕੋਲ ਯੰਗਸਟਰ ਹੈ ਨਵਦੀਪ ਸਿੰਘ, ਉਹ ਅਨਾਉਂਸਮੈਂਟ ਕਰਦਾ, ਬੜੀਆਂ ਸੋਹਣੀਆਂ ਕਰਦਾ, ਗੁਰਸਿੱਖ ਮੁੰਡਾ। ਤੇ ਇਹ ਸਾਨੂੰ ਆਪ ਨਾ ਇਹਨੂੰ ਦੇਖਣਾ ਪੈਣਾ ਵੀ ਅਸੀਂ ਉਹਨਾਂ ਨੂੰ ਕੋਈ ਓਪਰਚੁਨਿਟੀ ਦੇਈਏ, ਉਹਨਾਂ ਦੀ ਗੱਲ ਸੁਣੀਏ। ਜਿਹੜਾ ਸਾਡਾ ਸਿਸਟਮ ਪਹਿਲਾਂ ਬਣਿਆ ਆ ਰਿਹਾ ਸੀ ਸਿਰਫ ਉਹੀ ਨਾ ਉਹਨਾਂ ਦੇ ਸਿਰ ਤੇ ਥੋਪੀ ਜਾਈਏ। ਬਿਲਕੁਲ, ਕਿਉਂਕਿ ਜੇ ਦੇਖਿਆ ਜਾਵੇ ਆਲੇ ਦੁਆਲੇ ਸੁਸਾਇਟੀ ਦੇ ਵਿੱਚ ਉਹਨਾਂ ਕੋਲ ਇੰਨਾ ਪ੍ਰੈਸ਼ਰ ਹੈ, ਹੋਰ ਵੀ ਆਲੇ ਦੁਆਲੇ ਹੋਣਾ, ਵੀ ਗਾਟ ਟੂ ਬੈਲੈਂਸ ਇਟ। ਹਾਂਜੀ, ਤੇ ਜਦੋਂ ਅਸੀਂ ਇੱਕੋ ਹੀ ਚੀਜ਼ ਥੋਪੀ ਜਾਂਦੇ, ਉਹਨਾਂ ਦੀ ਗੱਲ ਸੁਣਦੇ ਨਹੀਂ ਤੇ ਉਹਨਾਂ ਨੂੰ ਕੋਈ ਚਾਂਸ ਨਹੀਂ ਦਿੰਦੇ, ਦੈਟਸ ਵਾਈ ਦੇ ਗੈਟ ਬੈਕ। ਤੇ ਉਹ ਕਹਿੰਦੇ ਵੀ ਨਹੀਂ, ਅਸੀਂ ਇਹ ਤੋਂ ਦੂਰ ਰਹਿਣਾ ਥੋੜਾ। ਤੁਸੀਂ ਕਿਹਾ ਕਿ ਚਾਂਸ ਨਹੀਂ ਦਿੰਦੇ, ਤੁਹਾਨੂੰ ਕੀ ਲੱਗਦਾ ਜਿਹੜੇ ਬਜ਼ੁਰਗ ਬੈਠੇ ਨੇ, ਸੱਤਾ ਸੰਭਾਲੀ ਬੈਠੇ ਨੇ, ਉਹ ਚਾਂਸ ਨਹੀਂ ਦਿੰਦੇ ਜਾਂ ਨੌਜਵਾਨ ਖੁਦ ਅੱਗੇ ਨਹੀਂ ਆਉਂਦੇ? ਦੋਨਾਂ 'ਚ ਫਰਕ ਹੈ। ਮੈਨੂੰ ਲੱਗਦਾ ਜੀ ਅਸੀਂ ਚਾਂਸ ਨਹੀਂ ਦਿੰਦੇ ਉਹਨਾਂ ਨੂੰ ਜਿੰਨਾ ਦੇਣਾ ਚਾਹੀਦਾ। ਤੇ ਕਿਉਂਕਿ ਚਾਹੇ ਤੁਸੀਂ ਕੋਈ ਸਿਆਸਤਦਾਨ ਦੇਖ ਲਓ, ਜਿਹੜਾ ਇੱਕ ਵਾਰ ਬਹਿ ਜਾਂਦਾ ਕੁਰਸੀ ਲੈ ਕੇ ਤੇ ਉਹ ਕਹਿੰਦਾ ਮੈਂ ਛੱਡਣੀ ਨਹੀਂ। ਠੀਕ, ਇਸੇ ਤਰ੍ਹਾਂ ਹੀ ਸਾਡੇ ਗੁਰਦੁਆਰਿਆਂ ਵਿੱਚ ਵੀ ਚੱਲ ਰਿਹਾ, ਵਿਚ ਇਜ਼ ਸੈਡ। ਇਹ ਸਾਨੂੰ ਨਹੀਂ ਹੋਣਾ ਚਾਹੀਦਾ। ਜਿਹੜੀ ਸੇਵਾ ਕਰਨੀ ਸੀ, ਦਿਲੋਂ ਸੇਵਾ ਕਰਨੀ ਆ। ਜ਼ਰੂਰੀ ਨਹੀਂ ਵੀ ਤੁਸੀਂ ਕਮੇਟੀ ਦੇ ਵਿੱਚ ਆ ਕੇ ਪ੍ਰਧਾਨ ਬਣ ਕੇ ਜਾਂ ਵਾਈਸ ਪ੍ਰੈਜ਼ੀਡੈਂਟ ਬਣ ਕੇ ਜਾਂ ਸੈਕਟਰੀ ਬਣ ਕੇ ਸੇਵਾ ਕਰ ਸਕਦੇ ਹੋ। ਐਜ਼ ਏ ਸੰਗਤ ਮੈਂਬਰ ਬੜੀ ਸੇਵਾ ਕਰ ਸਕਦੇ ਹੋ ਤੁਸੀਂ, ਕਰਦੇ ਵੀ ਰਹੇ ਆ, ਕਰਦੇ ਰਹਾਂਗੇ ਜੀ। ਤੇ ਮੈਂ ਤੁਹਾਨੂੰ ਹੋਰ ਦੱਸਾਂਗਾ ਵੀ ਜਦੋਂ ਵੀ 6 ਸਾਲ ਮੈਂ ਦੱਸਿਆ ਮੁੱਖ ਸੇਵਾਦਾਰ ਮੈਂ ਰਿਹਾ, ਕੈਨ ਯੂ ਬਲੀਵ, ਤੁਸੀਂ ਸੰਗਤ ਤੇ ਕਿਸੇ ਮੈਂਬਰ ਤੋਂ ਪੁੱਛ ਕੇ ਦੇਖ ਲਿਓ, ਕੋਈ ਗੁਰਦੁਆਰੇ ਦਾ ਕੰਮ ਸੀ, ਕੋਈ ਸਫਾਈ ਕਰਨ ਦਾ ਸੀ, ਕੋਈ ਝਾੜੂ ਮਾਰਨ ਦਾ ਸੀ, ਕੋਈ ਪੋਚਾ ਮਾਰਨ ਦਾ ਸੀ, ਆਈ ਵਾਸ ਦ ਫਰਸਟ ਵਨ ਟੂ ਗੋ ਦੇਅਰ, ਵੀ ਹਾਂ ਵੀ ਮੂਹਰੇ ਅੱਗੇ ਲੱਗ ਕੇ ਕੰਮ ਕਰਨਾ। ਤੇ ਦੈਟ ਕ੍ਰੀਏਟਸ ਐਨ ਐਗਜ਼ਾਮਪਲ। ਤੇ ਜਦੋਂ ਅਸੀਂ ਸਿਰਫ ਚੌਧਰਾਂ ਲਈ ਜਾਂਦੇ ਆ, ਫਿਰ ਅਸੀਂ ਲੜਦੇ ਆ, ਸਾਡੀ ਈਗੋ ਖਤਮ ਨਹੀਂ ਹੁੰਦੀ, ਦੈਟਸ ਵੇਅਰ ਦ ਪ੍ਰੋਬਲਮ ਕਮਸ ਫਰਮ। ਪਰ ਗਰੇਵਾਲ ਸਾਹਿਬ, ਤੁਸੀਂ ਦੇਖੋ ਆਪ ਹੀ ਕਿਹਾ ਹੈਗਾ ਕਿ ਕਿਤੇ ਨਾ ਕਿਤੇ ਜਿਹੜੀ ਚੌਧਰਪੰਥੀ ਹੈਗੀ ਹੈ, ਸਾਡੇ ਜਿਹੜੇ ਬਜ਼ੁਰਗ ਹੈ, ਉਹ ਪਾਵਰ ਦੀ ਭੁੱਖ ਉਹਨਾਂ ਨੂੰ ਇੰਨੀ ਜ਼ਿਆਦਾ ਹੈਗੀ ਹੈ ਕਿ ਕੋਈ ਵੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ। ਹਾਂਜੀ, ਗੁਰਦੁਆਰੇ ਸਾਹਿਬਾਨਾਂ ਵਿੱਚ ਕਿਸ ਚੀਜ਼ ਦੀ ਭੁੱਖ? ਕਿਉਂਕਿ ਇੱਥੇ ਤਾਂ ਤੁਸੀਂ ਸੇਵਾ ਸੰਭਾਲ ਕਰਨੀ ਹੈ, ਤਾਂ ਆਖਰ ਕਿਸ ਚੀਜ਼ ਦੀ ਭੁੱਖ ਹੈ? ਭੁੱਖ ਤਾਂ ਹੋਣੀ ਚਾਹੀਦੀ ਹੈ ਗੁਰਬਾਣੀ ਦੀ, ਭੁੱਖ ਹੋਣੀ ਚਾਹੀਦੀ ਹੈ ਗੁਰਮਤ ਰਹਿਤ ਮਰਿਆਦਾ ਦੀ, ਭੁੱਖ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਯੰਗਸਟਰਸ ਨੂੰ ਅੱਗੇ ਲੈ ਕੇ ਆਉਣਾ ਹੈ, ਸਿੱਖੀ ਵੱਲ ਪ੍ਰੇਰਿਤ ਕਰਨਾ ਹੈ। ਬਿਲਕੁਲ ਜੀ। ਪਰ ਜਿਹੜੀ ਕੁਰਸੀ ਦੀ ਭੁੱਖ ਹੈ, ਕਿ ਵਾਕਈ ਹੋਣੀ ਚਾਹੀਦੀ ਹੈ ਗੁਰਦੁਆਰੇ ਸਾਹਿਬਾਨਾਂ ਵਿੱਚ? ਬਿਲਕੁਲ ਨਹੀਂ ਹੋਣੀ ਚਾਹੀਦੀ ਜੀ। ਉਹੀ ਤਾਂ ਮੈਂ ਬਾਰ-ਬਾਰ ਕਹਿ ਰਿਹਾ ਵੀ ਸਾਡੀ ਈਗੋ ਆ ਨਾ, ਜਿਹੜੀ ਸਾਡਾ ਹਉਮੈ ਹੈ, ਸਾਡਾ ਹੰਕਾਰ ਹੈ, ਉਹ ਸਾਡਾ ਇੰਨਾ ਵਧਿਆ ਹੋਇਆ। ਕਹਿਣ ਨੂੰ ਤਾਂ ਅਸੀਂ ਬੜੇ ਖਾਲਸੇ ਹਾਂ ਜੀ, ਬੜੀਆਂ ਗੱਲਾਂ ਕਰਦੇ ਹਾਂ, ਪਰ ਜਦੋਂ ਪ੍ਰੈਕਟੀਕਲੀ ਸਾਡੇ ਤੇ ਆਉਂਦੀ ਹੈ ਨਾ ਗੱਲ ਉਹਨੂੰ ਕਮਾਉਣ ਦੀ, ਤੇ ਵੀ ਆਰ ਫਾਰ ਅਵੇ, ਅਸੀਂ ਉਹ ਤੇ ਕਿਤੇ ਨੇੜੇ ਤੇੜੇ ਵੀ ਨਹੀਂ ਹੈਗੇ ਜੀ। ਤੇ ਮੈਂ ਪ੍ਰੈਕਟੀਕਲ ਦੇ ਨਾਲ ਵਿੱਚ ਰਹਿ ਕੇ ਸਾਰਾ ਕੁਝ ਦੇਖ ਚੁੱਕਿਆ। ਤੇ ਸਮ ਟਾਈਮ ਇਜ਼ ਸੈਡ। ਬੜੇ ਚੰਗੇ ਬੰਦੇ ਵੀ ਨੇ, ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਨੇ, ਪਰ ਕੁਛ ਕੁ ਹੁੰਦੇ ਆ ਜਿਹੜੇ ਤੁਹਾਡੇ ਸਾਰੀ ਸੰਗਤ ਲਈ, ਕੰਗਰੀਗੇਸ਼ਨ ਲਈ ਨਾ ਪ੍ਰੋਬਲਮ ਬਣ ਜਾਂਦੇ ਆ ਤੇ ਕ੍ਰੀਏਟ ਕਰਦੇ ਆ। ਤੇ ਆਈ ਥਿੰਕ ਦੈਟਸ ਵਾਟ ਹੈਪਨਸ। ਜਦੋਂ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਤਾਂ ਨੌਜਵਾਨਾਂ ਨੂੰ ਜਦੋਂ ਸਿਆਸਤ ਵਿੱਚ ਆਉਣ ਦਾ ਮੌਕਾ ਮਿਲਦਾ, ਪਹਿਲੀ ਗੱਲ ਤਾਂ ਇਹ ਸਾਡੇ ਬੱਚਿਆਂ ਨੂੰ ਅਸੀਂ ਘਰ ਵਿੱਚ ਉਹਨਾਂ ਨੂੰ ਸਿਖਾਉਂਦੇ ਹਾਂ ਕਿ ਤੁਸੀਂ ਸਪੋਰਟਸ ਪਰਸਨ ਬਣ ਜਾਓ, ਲਾਇਰ ਬਣ ਜਾਓ, ਇੰਜੀਨੀਅਰ ਬਣ ਜਾਓ, ਜਾਂ ਜੋ ਵੀ ਤੁਸੀਂ ਐਂਟਰਪ੍ਰੈਨਿਓਰ ਬਣਨਾ ਬਣੋ। ਲੇਕਿਨ ਅਸੀਂ ਕਦੇ ਵੀ ਉਹਨਾਂ ਨੂੰ ਇਹ ਨਹੀਂ ਸਿਖਾਉਂਦੇ ਕਿ ਤੁਸੀਂ ਪੋਲੀਟਿਕਸ ਵਿੱਚ ਜਾਣਾ ਤਾਂ ਪੋਲੀਟੀਸ਼ੀਅਨ ਵੀ ਬਣਨਾ ਹੈ। ਇੱਕ ਤਾਂ ਪਹਿਲੀ ਗੱਲ ਇਹ ਕਿ ਅਸੀਂ ਬੱਚਿਆਂ ਨੂੰ ਨਹੀਂ ਕਹਿੰਦੇ। ਦੂਸਰੀ ਗੱਲ, ਜਦੋਂ ਅਸੀਂ ਪੋਲੀਟਿਕਸ ਦੀ ਗੱਲ ਕਰਦੇ ਹਾਂ ਤਾਂ ਸ਼ੁਰੂਆਤ ਹੁੰਦੀ ਹੈ ਧਰਮ ਤੋਂ। ਪੋਲੀਟਿਕਸ ਕਿ ਬੱਚੇ ਸਾਡਾ ਜਿਹੜਾ ਦੇਖਦਾ ਹੈ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬਾਨਾਂ ਦੀ ਰੱਖ ਰਖਾਅ ਹੁੰਦੀ ਹੈ, ਸੇਵਾ ਸੰਭਾਲ ਹੁੰਦੀ ਹੈ, ਇੱਥੇ ਕਿਵੇਂ ਪੋਲੀਟਿਕਸ ਨੂੰ ਸੰਭਾਲਿਆ ਜਾਏ। ਲੇਕਿਨ ਉੱਥੇ ਜਦੋਂ ਗੰਦਲੀ ਪੋਲੀਟਿਕਸ ਆ ਜਾਂਦੀ ਹੈ ਸਾਹਮਣੇ ਤਾਂ ਬੱਚਾ ਉੱਥੇ ਹੀ ਪਿੱਛੇ ਹੋ ਜਾਂਦਾ ਹੈ, ਅੱਗੇ ਜਾਣ ਦਾ ਨਹੀਂ ਸੋਚਦਾ। ਪਰ ਦੂਜੇ ਪਾਸੇ ਜੇਕਰ ਉਹਨੂੰ ਚੰਗੀ ਸਿਆਸਤ ਮਿਲੇ, ਪੋਲੀਟਿਕਸ ਵੈਸੇ ਹੀ ਨੈਗੇਟਿਵ ਕਿਹਾ ਜਾਂਦਾ ਹੈ, ਲੇਕਿਨ ਜੇਕਰ ਉਹਨੂੰ ਚੰਗੀ ਸਿਆਸਤ ਮਿਲੇ ਤਾਂ ਉਹ ਨਾ ਸਿਰਫ ਗੁਰਦੁਆਰੇ ਵਿੱਚ, ਫਿਰ ਉਸ ਤੋਂ ਬਾਅਦ ਆਪਣੇ ਏਰੀਆ ਵਿੱਚ, ਆਪਣੇ ਡਿਸਟ੍ਰਿਕਟ ਵਿੱਚ, ਆਪਣੀ ਸਟੇਟ ਵਿੱਚ, ਤੇ ਉਸ ਤੋਂ ਬਾਅਦ ਜਾ ਕੇ ਆਪਣੇ ਮੁਲਕ ਲਈ ਚੋਣ ਲੜਦਾ ਹੈ। ਲੇਕਿਨ ਅਸੀਂ ਉਸ ਨੂੰ ਪਹਿਲਾਂ ਹੀ ਘਰ ਬਿਠਾ ਦਿੰਦੇ ਹਾਂ ਕਿ ਨਹੀਂ, ਉਸ 'ਤੇ ਇਲਜ਼ਾਮਬਾਜ਼ੀਆਂ ਲਗਾ ਕੇ, ਉਸ 'ਤੇ ਕਿਸੇ ਤਰ੍ਹਾਂ ਨਾਲ ਤਸ਼ੱਦਦ ਕਰਕੇ ਕਿ ਬਈ ਪੋਲੀਟਿਕਸ ਵਿੱਚ ਤੂੰ ਗਿਆ ਤਾਂ ਤੇਰਾ ਨਾਮ ਇੱਥੇ ਬਦਨਾਮ ਹੋਏਗਾ ਹੀ ਹੋਏਗਾ। ਬਿਲਕੁਲ ਜੀ। ਕੀ ਤੁਹਾਨੂੰ ਲੱਗਦਾ ਕਿ ਇਹੀ ਇੱਕ ਕਾਰਨ ਹੈਗਾ ਸਾਡੇ ਅਮਰੀਕਾ ਵਿੱਚ ਕਿਤੇ ਨਾ ਕਿਤੇ ਕੈਪੀਟਲ ਹਿੱਲ ਤੱਕ ਕੋਈ ਵੀ ਸਰਦਾਰ ਸ਼ਖਸ ਨਹੀਂ ਪਹੁੰਚ ਪਾਇਆ? ਬਹੁਤ ਹੀ ਵਿਰਲੇ ਨੇ ਜਿਹੜੇ ਪਹੁੰਚ ਪਾ ਰਹੇ ਨੇ, ਪਰ ਉਹਨਾਂ ਦੀਆਂ ਵੀ ਟੰਗਾਂ ਖਿੱਚੀਆਂ ਜਾ ਰਹੀਆਂ ਨੇ। ਇਹ ਤਾਂ ਜੀ ਇਸੇ ਪਾਰਟ ਆਫ ਸੋਸਾਇਟੀ ਹੈਗਾ ਵੀ ਇੱਕ ਦੂਜੇ ਦੇ ਟੰਗਾਂ ਖਿੱਚਣ ਦੀ ਸਾਡੀ ਆਦਤ ਬਣੀ ਹੋਈ ਹੈ, ਚਾਹੇ ਉਹ ਗੁਰਦੁਆਰੇ ਦੇ ਵਿੱਚ ਆ, ਚਾਹੇ ਉਹ ਪੋਲੀਟਿਕਸ ਦੇ ਵਿੱਚ ਆ, ਚਾਹੇ ਕਿਸੇ ਕੰਮ ਵਿੱਚ ਵੀ ਹੈ। ਜੇ ਕੋਈ ਬੰਦਾ ਉੱਪਰ ਜਾ ਰਿਹਾ ਤਾਂ ਉਹਨੂੰ ਦੇਖ ਕੇ ਸਾਡੀ ਜਿਹੜੀ ਜੈਲਸੀ ਹੈ, ਈਗੋ ਹੈ, ਉਹਨੂੰ ਕਹਿੰਦੇ ਆ ਵੀ ਅਸੀਂ ਇਹਨੂੰ ਆਪਣਾ ਚੰਗਾ ਨਹੀਂ ਅਸੀਂ ਮੰਨਦੇ ਵੀ ਸਾਡਾ ਚੰਗਾ ਹੋ ਜੇ, ਉਹਦੇ ਲਈ ਅਸੀਂ ਘੱਟ ਜ਼ੋਰ ਲਾਉਂਦੇ ਹਾਂ, ਪਰ ਦੂਜੇ ਨੂੰ ਥੱਲੇ ਕਰਨ ਲਈ ਅਸੀਂ ਜ਼ਿਆਦਾ ਜ਼ੋਰ ਲਾਉਂਦੇ ਹਾਂ। ਇਹ ਸਾਡੀ ਥੋੜ੍ਹੀ ਜਿਹੀ ਬਦਕਿਸਮਤੀ ਹੈ ਸੋਸਾਇਟੀ ਦੀ, ਇਹਨੂੰ ਚੇਂਜ ਕਰਨਾ ਪੈਣਾ ਸਾਨੂੰ। ਤਾਂ ਹੀ ਤਾਂ ਜਿਵੇਂ ਪਹਿਲਾਂ ਵੀ ਕਿਹਾ, ਚਾਹੇ ਗੁਰਦੁਆਰੇ ਦੀ ਸੇਵਾ ਦਾ ਕੰਮ ਆ, ਚਾਹੇ ਹੋਰ ਆ, ਬੱਚੇ ਸਾਡੇ ਤਾਂ ਹੀ ਸਾਤੋਂ ਥੋੜ੍ਹੇ ਪਿੱਛੇ ਰਹਿੰਦੇ ਜਾਂਦੇ ਆ, ਥੋੜ੍ਹੇ ਦੂਰ ਹੁੰਦੇ ਜਾਂਦੇ ਆ, ਕਿਉਂਕਿ ਅਸੀਂ ਪ੍ਰੈਕਟੀਕਲੀ ਉਹਨਾਂ ਨੂੰ ਕਰਕੇ ਨਹੀਂ ਦਿਖਾਉਂਦੇ। ਜਿਹੜੀ ਐਗਜ਼ਾਮਪਲ ਸਾਨੂੰ ਬਣਨਾ ਚਾਹੀਦਾ, ਅਸੀਂ ਉਹ ਐਗਜ਼ਾਮਪਲ ਨਹੀਂ ਬਣਦੇ। ਤੇ ਸਾਡੇ ਕਹਿਣੀ ਤੇ ਕਰਨੀ ਵਿੱਚ ਫਰਕ ਹੈ ਜੀ, ਫਰਕ ਹੈ। ਹਾਂਜੀ। ਤੇ ਜਿਹੜਾ ਸਿਧਾਂਤ ਸਾਨੂੰ ਗੁਰੂ ਨੇ ਦੱਸਿਆ ਸੀਗਾ, ਜਿਹੜੇ ਰਸਤੇ 'ਤੇ ਸਾਨੂੰ ਪਾਇਆ ਸੀਗਾ, ਤੇ ਉਹ ਤੋਂ ਅਸੀਂ ਬੜੇ ਦੂਰ ਹਾਂ। ਕਿਉਂਕਿ ਗੁਰੂ ਨੇ ਤਾਂ ਸਾਨੂੰ ਮੇਰੇ ਤੇ ਪੀਰੀ ਦਾ ਦੋਨੋਂ ਹੀ ਸਿਧਾਂਤ ਦਿੱਤੇ ਨੇ। ਬਿਲਕੁਲ ਠੀਕ ਹੈ ਜੀ। ਇੱਕ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਰਿਲੀਜੀਅਸਲੀ
ਉਹਨੂੰ ਸੰਵਾਰਨਾ, ਬਿਲਕੁਲ ਉਹ ਕਮਾਣੀ ਆ, ਤੇ ਦੂਜਾ ਉਹਨੇ ਸਾਨੂੰ ਸਿਆਸਤ ਦਾ ਵੀ ਸਾਰਾ ਕੁਝ ਕਿਹਾ ਵੀ ਇਹਨੂੰ ਵੀ ਤੁਸੀਂ ਚਲਾਉਣਾ, ਜਿਹੜਾ ਬਾਕੀ ਕੰਮਕਾਰ ਵੀ ਹੈ ਇਹਨੂੰ ਵੀ ਤੁਸੀਂ ਚਲਾਉਣਾ, ਰਾਜ ਭਾਗ ਵੀ ਚਲਾਉਣਾ, ਤੇ ਤਾਂ ਹੀ ਤੁਹਾਡਾ ਜ਼ਿੰਦਗੀ ਦਾ ਕੋਈ ਸੁਧਾਰ ਹੋ ਸਕਦਾ, ਤਾਂ ਹੀ ਤੁਸੀਂ ਸੁਸਾਇਟੀ ਦੀ ਕੋਈ ਚੰਗੀ ਸੇਵਾ ਕਰ ਸਕਦੇ ਹੋ। ਬਿਲਕੁਲ। ਲੇਕਿਨ ਕੈਨੇਡਾ ਵੱਲ ਦੇਖੀਏ, ਅਮਰੀਕਾ ਦਾ ਗੁਆਂਢੀ ਮੁਲਕ ਹੈ ਕੈਨੇਡਾ ਦੇ ਪਾਰਲੀਮੈਂਟ ਵਿੱਚ ਦੇਖੀਏ ਤਾਂ ਬਹੁਤ ਸਾਡੇ ਸਿੱਖ ਭੈਣ ਭਰਾ ਜਿਹੜੇ ਨੇ ਪਹੁੰਚ ਚੁੱਕੇ ਨੇ। ਉਹਨਾਂ ਨੂੰ ਕਿਸ ਤਰ੍ਹਾਂ ਉਹ ਮੁਕਾਮ ਹਾਸਿਲ ਹੋਇਆ? ਕਿਉਂਕਿ ਉਹਨਾਂ ਨੂੰ ਸਿਰਫ ਪੰਜਾਬੀਆਂ ਦੀ ਵੋਟਾਂ ਨਹੀਂ ਪਈਆਂ, ਉਹਨਾਂ ਨੂੰ ਚਾਈਨੀਜ਼ ਕਮਿਊਨਿਟੀ ਲੈ ਲਓ, ਵਾਈਟ ਕਮਿਊਨਿਟੀ ਕਹਿ ਲਓ, ਬਲੈਕ ਕਮਿਊਨਿਟੀ ਕਹਿ ਲਓ, ਹਰ ਕਮਿਊਨਿਟੀ ਨੇ ਉਹਨਾਂ ਨੂੰ ਵੋਟ ਦਿੱਤੀ ਹੈ, ਤਾਂ ਹੀ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ। ਕਿਉਂਕਿ ਇੱਕ ਕਮਿਊਨਿਟੀ ਨਾਲ ਉਹ ਮੈਂਬਰ ਪਾਰਲੀਮੈਂਟ ਨਹੀਂ ਚੁਣੇ ਗਏ। ਲੇਕਿਨ ਅਮਰੀਕਾ ਕਿਉਂ ਪਿੱਛੇ ਹੈ ਇਸ ਦੌੜ ਵਿੱਚ? ਇਹ ਜੀ ਮੈਨੂੰ ਲੱਗਦਾ ਵੀ ਨਾ ਵੀ ਅਮਰੀਕਾ ਤੇ ਕੈਨੇਡਾ ਨੂੰ ਅਸੀਂ ਕੰਪੇਅਰ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਸਾਡੀ ਪਾਪੂਲੇਸ਼ਨ ਪੰਜਾਬੀਆਂ ਦੀ ਜਾਂ ਇੰਡੀਅਨਸ ਦੀ ਇੰਨੀ ਜ਼ਿਆਦਾ ਹੈ, ਖਾਸ ਕਰਕੇ 2-3 ਸ਼ਹਿਰਾਂ ਦੇ ਵਿੱਚ ਕੈਨੇਡਾ ਦੇ, ਜਿਵੇਂ ਟੋਰਾਂਟੋ ਏਰੀਆ ਹੋ ਗਿਆ ਜਾਂ ਵੈਨਕੂਵਰ, ਸਰੀ ਵਗੈਰਾ ਹੋ ਗਿਆ, ਤੇ ਜਿੱਥੇ ਵੀ ਜਿੰਨੇ ਵੀ ਸਾਡੇ ਪੰਜਾਬੀ ਜਾਂ ਇੰਡੀਅਨ ਨੇ ਇੱਕੋ ਏਰੀਆ ਦੇ ਵਿੱਚ ਇੰਨੇ ਕੰਡੈਂਸ ਹੈਗੇ ਆ। ਪਰ ਅਮਰੀਕਾ ਦੇ ਵਿੱਚ ਸਾਡੀ ਸਿਚੁਏਸ਼ਨ ਉਹ ਨਹੀਂ ਹੈਗੀ। ਪਲੱਸ ਪਾਪੂਲੇਸ਼ਨ 10 ਟਾਈਮਸ ਹੈ ਅਮਰੀਕਾ ਦੀ ਕੈਨੇਡਾ ਨਾਲੋਂ ਜੀ, ਤੇ ਇਟਸ ਗੈਟ ਡਿਲੂਟਡ ਕਿ ਸਾਡੀ ਮੈਜੋਰਟੀ ਉਨੀ ਨਹੀਂ ਬਣਦੀ। ਆਈ ਥਿੰਕ ਪੀਪਲ ਆਰ ਕਮਿੰਗ ਫੋਰਵਰਡ, ਤੇ ਸਕੂਲ ਬੋਰਡ ਦੇ ਵਿੱਚ ਵਗੈਰਾ ਦੇ ਵਿੱਚ ਜਾਂ ਲੋਕਲ ਸਿਟੀ ਦੇ ਮੇਅਰ ਵਗੈਰਾ ਦੇ ਵਿੱਚ ਕੈਲੀਫੋਰਨੀਆ ਸਾਈਡ ਤੇ ਤੁਸੀਂ ਦੇਖਦੇ ਹੋ ਜੀ, ਲੋਕ ਅੱਗੇ ਆ ਰਹੇ ਨੇ, ਖਾਸ ਕਰਕੇ ਹੋਰ ਯੰਗ ਜਨਰੇਸ਼ਨ ਜਿਹੜੀਆਂ ਥੋੜੀਆਂ ਹੁਣ ਐਫਰਟ ਕਰ ਰਹੀਆਂ ਨੇ। ਆਈ ਥਿੰਕ ਇਟ ਵਿਲ ਚੇਂਜ ਇਨ ਦਾ ਫਿਊਚਰ, ਬਟ ਇਟਸ ਗੋਇੰ ਟੂ ਟੇਕ ਸਮ ਟਾਈਮ। ਬਿਲਕੁਲ ਠੀਕ ਹੈ, ਟਾਈਮ ਲੱਗੇਗਾ। ਪਰ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੇ ਪਿੱਛੇ ਹੋ ਗਏ ਹਾਂ? ਹਾਂਜੀ, ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਪਹੁੰਚ ਜਾਓ, ਇੱਥੇ ਡਾਲਰਸ ਪਾਉਂਡਸ ਦੀ ਚਮਕ ਇੰਨੀ ਜ਼ਿਆਦਾ ਹੈਗੀ ਹੈ, ਪੇੜਾਂ ਤੇ ਲੱਗੇ ਹੋਏ ਨੇ, ਜਾਵਾਂਗੇ, ਤੋੜ ਲਾਂਗੇ ਤੇ ਮਲਟੀ ਮਿਲੀਅਨਰ ਚੁਟਕੀ ਵਜਾਉਂਦੇ ਬਣ ਜਾਵਾਂਗੇ। ਉਹਨਾਂ ਨੂੰ ਤੁਸੀਂ ਕੀ ਸੇਧ ਦੇਣਾ ਚਾਹੋਗੇ? ਕਿਉਂਕਿ ਉਹ ਕਿਸੇ ਵੀ ਹਿੱਲੇ ਵਸੀਲੇ, ਭਾਵੇਂ ਇਲੀਗਲ ਜਾਂ ਇਲੀਗਲ, ਕਿਸੇ ਵੀ ਤਰੀਕੇ ਨਾਲ ਇੱਥੇ ਪਹੁੰਚ ਜਾਣਾ ਚਾਹੁੰਦੇ ਨੇ। ਦੇਖੋ ਜੀ, ਜਿਹੜਾ ਮੇਰਾ ਪਰਸਨਲ ਬਿਲੀਫ ਹੈ ਵੀ ਇਲੀਗਲ ਤਾਂ ਤੁਸੀਂ ਟਰਾਈ ਕਰੋ ਹੀ ਨਾ। ਤੁਹਾਨੂੰ ਇੱਥੇ ਆ ਕੇ ਇੰਨਾ ਖਰਾਬ ਹੋਣਾ ਪੈਂਦਾ, ਜੇ ਤੇ ਕਿਤੇ ਕੰਮ ਵੀ ਕਰਨ ਤੁਹਾਨੂੰ ਇੰਨਾ ਮਿਸਯੂਜ਼ ਹੁੰਦਾ ਤੁਹਾਡਾ, ਤੇ ਨਾ ਤੁਹਾਨੂੰ ਕੋਈ ਪ੍ਰੋਪਰ ਪੇ ਮਿਲਦੀ ਆ, ਨਾ ਕੋਈ ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲਦੀ ਆ, ਨਾ ਕੋਈ ਹੋਰ ਫੈਸਿਲਿਟੀ ਮਿਲਦੀ ਆ, ਤੇ ਤੁਹਾਨੂੰ ਨਰਕ ਵਰਗੀ ਜ਼ਿੰਦਗੀ ਸ਼ੁਰੂ 'ਚ ਕੱਟਣੀ ਪੈਂਦੀ ਆ ਜੀ। ਠੀਕ ਆ, ਤੇ ਜੇ ਤੁਸੀਂ ਮਿਹਨਤ ਕਰਦੇ ਹੋ ਜਿੱਥੇ ਵੀ ਹੈਗੇ ਹੋ, ਠੀਕ ਆ, ਮੈਂ ਜਿਵੇਂ ਪਹਿਲਾਂ ਕਿਹਾ ਅਮਰੀਕਾ ਇਜ਼ ਲੈਂਡ ਆਫ ਅਪਰਚੂਨਿਟੀ, ਲੈਂਡ ਆਫ ਦਾ ਫ੍ਰੀ, ਲੈਂਡ ਆਫ ਦਾ ਬਰੇਵ, ਬੜੀਆਂ ਅਪਰਚੂਨਿਟੀਜ਼ ਹੈ, ਪਰ ਤੁਹਾਨੂੰ ਮਿਹਨਤ ਕਰਨੀ ਪੈਣੀ ਆ। ਇੱਥੇ ਕਿਤੇ ਪੇੜਾਂ ਤੇ ਡਾਲਰ ਨਹੀਂ ਲੱਗੇ ਹੋਏ ਸਾਰੇ, ਅਸੀਂ ਵੀ ਜੇ ਹੁਣ 35 ਸਾਲ ਦੇ ਲੱਗੇ ਹੋਏ ਆ ਤਾਂ ਕਿਤੇ ਜਾ ਕੇ ਕਿਤੇ ਪਹੁੰਚੇ ਹੋਏ ਆ, ਤੇ ਜੇ ਸ਼ੁਰੂ ਦੇ ਵਿੱਚ ਹੀ ਅਸੀਂ 102 ਸਾਲ ਦੇ ਵਿੱਚ ਅਮੀਰ ਬਣ ਜਾਣਾ ਸੀ, ਇਸ ਨਾਲ ਗੋਇੰ ਟੂ ਹੈਪਨ। ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਆਨੈਸਟਲੀ ਕਰਨੀ ਪੈਣੀ ਹੈ, ਗਿਵ ਯੂਅਰ 100% ਵਾਟ ਯੂ ਹੈਵ ਜੀ, ਤੇ ਵਰਕ ਹਾਰਡ, ਵਰਕ ਆਨੈਸਟਲੀ, ਤੇ ਡੋਂਟ ਫੀਲ ਬੈਡ। ਕਿਹੜਾ ਵੀ ਤੁਹਾਡਾ ਪ੍ਰੋਫੈਸ਼ਨ ਹੈ, ਜੇ ਐਜੂਕੇਸ਼ਨ ਲੈ ਕੇ ਆਓਗੇ ਤਾਂ ਬਹੁਤ ਚੰਗੇ ਰਹੋਗੇ। ਐਜੂਕੇਸ਼ਨ ਡਜ਼ ਨਾਟ ਮੀਨ ਵੀ ਤੁਸੀਂ ਡਾਕਟਰ, ਇੰਜੀਨੀਅਰ ਜਾਂ ਵੈਟਨੇਰੀਅਨ ਕੋਈ ਵੀ ਹੋਣਾ ਚਾਹੀਦਾ ਜੀ। ਐਜੂਕੇਸ਼ਨ ਦੇ ਬੜੇ ਲੈਵਲ ਹੈ ਜੀ, ਤੇ ਤੁਸੀਂ ਕੋਈ ਬਿਜ਼ਨਸ ਵੀ ਕਰਨਾ ਆ ਕੇ, ਯੂ ਸ਼ੁੱਡ ਹੈਵ ਸਮ ਬੇਸਿਕ ਨੌਲੇਜ ਵੀ ਕਰਨਾ ਕੀ ਆ, ਤੇ ਜੇ ਉਹ ਐਜੂਕੇਸ਼ਨ ਲੈ ਕੇ ਆਓਗੇ ਯੂ ਵਿਲ ਬੀ ਮਚ ਬੈਟਰ, ਮਚ ਹੈਡ। ਤੇ ਪਰ ਜੇ ਉੱਥੇ ਵੀ ਆਨੈਸਟਲੀ ਤੁਸੀਂ ਕੰਮ ਕਰ ਸਕਦੇ ਹੋ ਤੇ ਯੂ ਕੈਨ ਅਚੀਵ ਬੈਟਰ ਲਾਈਫ ਓਵਰ ਦੇਅਰ ਟੂ। ਪਰ ਸਾਡੀ ਬਦਕਿਸਮਤੀ ਇਹ ਹੈ ਜੇ ਅੱਜ ਕੱਲ੍ਹ ਦੇ ਯੂਥ ਨੂੰ ਉੱਥੇ ਤੁਸੀਂ ਦੇਖਦੇ ਹੋ ਨਾ, ਤੇ ਸਾਡਾ ਉਹ ਗਨ ਕਲਚਰ ਤੇ ਜੀਪ ਲੈ ਕੇ ਭਜਾਈ ਜਾ ਰਿਹਾ ਜੀ, ਉਹ ਗਾਣੇ ਗਾ ਰਿਹਾ, ਕੁੜੀ ਦੇ ਪਿੱਛੇ ਲੱਗਿਆ, ਪਰ ਕੰਮ ਕਰਨ ਦਾ ਕਿਸੇ ਨੂੰ ਕੋਈ ਹੈ ਨਹੀਂਗਾ ਜੀ। ਤੇ ਆਈ ਥਿੰਕ ਦੈਟਸ ਅਨਦਰ ਫੈਕਟਰ ਵੀ ਉੱਥੇ ਵੀ ਰਹਿ ਕੇ ਤੁਸੀਂ ਆਨੈਸਟਲੀ ਕੰਮ ਕਰੋ, ਤੁਸੀਂ ਕਿਤੇ ਨਾ ਕਿਤੇ ਪਹੁੰਚ ਸਕਦੇ ਹੋ ਜੀ। ਪਰ ਉਹੀ ਜਿਹੜਾ ਨੌਜਵਾਨ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਜੀਪਾਂ 'ਤੇ ਘੁੰਮ ਰਿਹਾ, ਗਨ ਕਲਚਰ ਹੈਗਾ ਕਿਤੇ ਨਾ ਕਿਤੇ, ਲੇਕਿਨ ਉਹ ਜਦੋਂ ਉਹੀ ਨੌਜਵਾਨ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਕਿਤੇ ਵੀ ਜਾਂਦਾ ਹੈ ਤਾਂ ਉਹ ਫਿਰ ਸਿਆਣਾ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਕਿ ਇੱਥੇ ਮੈਨੂੰ ਗਨ ਚੁੱਕਾਂਗਾ ਤਾਂ ਮੈਨੂੰ ਜੇਲ੍ਹ ਹੋ ਜਾਣੀ ਹੈ, ਜਾਂ ਮੈਂ ਕਿਸੇ ਕੁੜੀ ਪਿੱਛੇ ਜਾਵਾਂਗਾ ਤਾਂ ਮੈਨੂੰ ਜੇਲ੍ਹ ਹੋ ਜਾਣੀ ਹੈ, ਸੋ ਮੈਨੂੰ ਸਿੱਧੇ ਰਾਹ ਪੈਣਾ ਪੈਣਾ। ਬਿਲਕੁਲ ਜੀ, ਹਾਂਜੀ। ਤੇ ਇਹ ਨਾ ਇਸ ਪਾਰਟ ਆਫ ਸੁਸਾਇਟੀ ਵੀ ਸਾਡਾ ਮੁਲਕ ਦਾ ਜਿਹੜਾ ਉਹ ਢਾਂਚਾ ਸਿਸਟਮ ਜਿਹੜਾ ਸੈਟਅਪ ਹੋਇਆ ਨਾ, ਕਰਪਸ਼ਨ ਦਾ, ਇੱਕ ਦੂਜੇ ਨੂੰ ਉੱਚਾ ਨੀਵਾਂ ਦਿਖਾਉਣ ਦਾ, ਕਾਸਟ ਸਿਸਟਮ ਦਾ, ਤੇ ਉਹਨੇ ਸਾਨੂੰ ਇੰਨਾ ਪਿੱਛੇ ਪਾ ਛੱਡਿਆ। ਠੀਕ ਆ, ਅੰਗਰੇਜ਼ ਸਾਡਾ ਮੁਲਕ ਛੱਡ ਕੇ ਚਲੇ ਗਏ ਨੇ, ਪਰ ਉਦੋਂ ਬਾਅਦ ਜਿਹੜੇ ਆਏ ਨੇ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ, ਤੇ ਉਹਨਾਂ ਨੇ ਲੁੱਟ ਖੋਹ ਉਦੋਂ ਵੀ ਜ਼ਿਆਦਾ ਪਾਈ ਹੋਈ ਆ ਜੀ। ਤੇ ਆਮ ਬੰਦੇ ਨੂੰ ਤਾਂ ਵਿਚਾਰੇ ਨੂੰ ਉੱਥੇ ਜਿਉਣਾ ਔਖਾ ਹੋਇਆ, ਤੇ ਇਟਸ ਨਾਟ ਈਜ਼ੀ ਟੂ ਮੇਕ ਲਿਵਿੰਗ ਦੇਅਰ। ਬਈ ਜਿਹੜਾ ਹੁਣ ਵਿਚਾਰਾ ਥੋੜੇ ਕੋਈ ਛੋਟੇ ਕੰਮ ਕਰਦਾ, ਕੋਈ ਦਿਹਾੜੀ ਕਰਦਾ, ਇਟਸ ਨਾਟ ਈਜ਼ੀ ਟੂ ਮੇਕ ਦਾ ਲਿਵਿੰਗ। ਬਿਲਕੁਲ। ਤੇ ਫਿਰ ਉਹ ਜਿਹਨੂੰ ਵੀ ਮੌਕਾ ਲੱਗਦਾ ਉਹ ਦੇ ਵਾਂਟ ਟੂ ਰਨ ਅਵੇ ਫਰੋਮ ਦੇਅਰ, ਤੇ ਉਹ ਕਹਿੰਦੇ ਵੀ ਹੋਰ ਜਾ ਕੇ ਦੇਖਦੇ ਹਾਂ, ਹੋਰ ਕਿਤੇ ਸਾਨੂੰ ਓਪਰਚੁਨਿਟੀ ਮਿਲੇਗੀ। ਪਰ ਮੈਂ ਇਹੀ ਕਹਾਂਗਾ ਬਾਰ-ਬਾਰ ਵੀ ਐਵੇਂ ਪੈਸੇ ਖਰਾਬ ਕਰਕੇ ਇਲੀਗਲੀ ਨਾ ਆਓ, ਪ੍ਰੋਪਰ ਚੈਨਲ ਦੇ ਥਰੂ ਆਓ, ਐਜੂਕੇਸ਼ਨ ਲੈ ਕੇ ਆਓ, ਚੰਗਾ ਸਖਤ ਮਿਹਨਤ ਕਰਨੀ ਸਿੱਖ ਕੇ ਆਓ, ਕੋਈ ਵੀ ਟ੍ਰੇਡ ਆਪਦੇ ਹੱਥ 'ਚ ਲੈ ਕੇ ਆਓ, ਦੈਨ ਯੂ ਕੈਨ ਸਕਸੀਡ। ਤੇ ਜੇ ਕਹੋ ਵੀ ਉੱਦਾਂ ਹੀ ਸਾਨੂੰ ਡਾਲਰ ਇੱਥੇ ਆ ਕੇ ਮਿਲ ਜਾਣੇ ਆ, ਇਕੱਠੇ ਹੋ ਜਾਣੇ ਆ ਜੀ, ਇਹ ਕਿਤੇ ਵੀ ਨਹੀਂ ਹੋਣਾ, ਨਾ ਹੋਇਆ ਅੱਜ ਤੱਕ ਕਿਸੇ ਨਾਲ ਵੀ ਜੀ। ਤੇ ਯੂ ਹੈਵ ਟੂ ਵਰਕ ਹਾਰਡ
ਬਿਲਕੁਲ ਬਿਲਕੁਲ, ਬਹੁਤ ਵਧੀਆ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਰਿਹਾ। ਥੈਂਕ ਯੂ ਡਾਕਟਰ ਗਰੇਵਾਲ ਸਾਹਿਬ, Thank you. ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ ਔਰ ਆਪਣੀਆਂ ਵਡਮੁੱਲੀ ਜਿਹੜੀਆਂ ਨੇ ਸੁਝਾਅ ਦੇਣ ਦੇ ਲਈ ਔਰ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਵਾਂਸ ਅਗੇਨ ਵੈਲਕਮ। ਤੇ ਬਾਕੀ ਮੈਂ ਸਾਰੇ ਪੰਜਾਬੀਆਂ ਨੂੰ, ਭਰਾਵਾਂ ਨੂੰ ਅਪੀਲ ਕਰਾਂਗਾ ਵੀ ਜਿੰਨੇ ਵੀ ਤੁਹਾਡੀ ਸਪੋਰਟ ਕਰ ਸਕਦੇ ਹੋਣ ਜ਼ਰੂਰ ਕਰਨ। ਤੁਹਾਡਾ ਨਵਾਂ ਚੈਨਲ ਹੈ ਤੇ ਆਮ ਸ਼ੋਰ ਯੂ ਨੀਡ ਸਮ ਫਾਈਨੈਂਸ਼ੀਅਲ ਹੈਲਪ ਤੇ ਹੋਰ ਵੀ ਹੈਲਪ ਜਿਹੜੀ ਵੀ ਹੋਏ ਤੇ ਵਿਊਅਰ ਦੀ ਵੀ। ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜ਼ਰੂਰ ਤੁਹਾਡਾ ਸਹਿਯੋਗ ਦੇਣ। ਬੜਾ ਸੋਹਣਾ ਕੰਮ ਕਰ ਰਹੇ ਹੋ, ਤੁਹਾਡੇ ਪ੍ਰੋਗਰਾਮ ਮੈਂ ਹੋਰ ਵੀ ਦੇਖੇ ਨੇ ਜੀ ਤੇ ਆਮ ਰੀਅਲੀ ਹੈਪੀ ਯੂ ਆਰ ਡੂਇੰਗ ਗੁੱਡ ਸਰਵਿਸ ਟੂ ਦਾ ਸੋਸਾਇਟੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਇਹ ਸਨ ਡਾਕਟਰ ਗਰੇਵਾਲ ਸਾਹਿਬ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਅੱਜ ਦੇ ਅਜੋਕੇ ਸਮੇਂ ਵਿੱਚ, ਭਾਵੇਂ ਫਿਰ ਉਹ ਕੋਈ ਵੀ ਫੀਲਡ ਹੋਵੇ। ਗੁਰਦੁਆਰਿਆਂ ਵਿੱਚ ਬਹੁਤ ਜ਼ਰੂਰੀ ਹੈ ਨੌਜਵਾਨਾਂ ਦੀ ਸ਼ਮੂਲੀਅਤ ਔਰ ਖਾਸ ਕਰਕੇ ਇਹਨਾਂ ਨੇ ਜ਼ੋਰ ਦੇ ਕੇ ਇਹ ਜ਼ਰੂਰ ਕਿਹਾ ਕਿ ਨੌਜਵਾਨ ਜੇਕਰ ਅਮਰੀਕਾ, ਕੈਨੇਡਾ ਵਿਦੇਸ਼ਾਂ ਵਿੱਚ ਆ ਕੇ ਵਸਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ, ਕਿਉਂਕਿ ਅਮਰੀਕਾ ਲੈਂਡ ਆਫ ਓਪਰਚੁਨਿਟੀਜ਼ ਜ਼ਰੂਰ ਹੈ, ਪਰ ਤਾਂ ਹੀ ਜੇ ਤੁਹਾਡੇ ਹੱਥ ਵਿੱਚ ਕੋਈ ਹੁਨਰ ਹੈ। ਅਗਰ ਨਹੀਂ ਹੈ ਤਾਂ ਤੁਸੀਂ ਜ਼ਰੂਰ ਹੁਨਰ ਪਹਿਲਾਂ ਸਿੱਖੋ, ਤਾਂ ਹੀ ਅਮਰੀਕਾ ਵਿੱਚ ਦਾਖਲ ਹੋਵੋ ਔਰ ਉਹ ਵੀ ਲੀਗਲ ਤਰੀਕੇ ਨਾਲ, ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਸੰਵਾਰ ਸਕਦੇ ਹੋ। ਸੋ ਇਹ ਸੀ ਅੱਜ ਦਾ ਸਾਡਾ ਸਿੱਖ ਹਾਈ ਫਲਾਇਰ ਅਤੇ ਫਿਰ ਡਾਕਟਰ ਗਰੇਵਾਲ ਸਾਹਿਬ ਨੂੰ ਅਸੀਂ ਸਭ ਨੇ ਮਿਲ ਕੇ ਕਿਹਾ ਸਿੱਖ ਹਾਈ ਫਲਾਇਰ। ਪਰ ਅਗਲੇ ਹਫ਼ਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।